ਕਾਜ ਬੰਦਨ ਪਦ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਉ ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨ ਕੇ ਨਾਸਕਾ ਬਿਘਨ ਕੇ ਨਾਸਕਾ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕਾ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਊਦਧ ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੇਖਾਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵੇਖਾਨਾ ਵਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਤੇਗ ਬਹਾਦਰ ਕਰੇ ਜਾਏ ਨਾਨਕੀ ਦਰਸ਼ਨ ਕਰੇ। ਸ੍ਰੀ ਗੁਰੂ ਅਮਰ ਅੰਸ ਕੋ ਜਾਨੈ ਦੇਖਤ ਉਠੀ ਬੰਦ ਨਾ ਠਾਨੈ। ਸ੍ਰੀ ਗੁਰੂ ਤੇਗ ਬਹਾਦਰ ਕਰੇ ਜਾਏ ਨਾਨਕੀ ਦਰਸ਼ਨ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ ਪਹਾਨਾਨ ਪਹਾਨ ਸਤਿਗੁਰੂ। ਦੇਵਾਨ ਦੇਵ ਸਤਿਗੁਰੂ। ਉਪਮਾ ਮਹਾਨ ਧਨ ਧਨ ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ। ਹਾਲਤ ਪਲਤ ਕੇ ਰਖਿਅਕ ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸੱਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ
ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਸਤਿਕਾਰਯੋਗ ਮਾਤਾ ਨਾਨਕੀ ਜੀ ਨੇ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਕੀਤੀ, ਕਿਹਾ ਸਤਿਗੁਰੂ ਮਹਾਰਾਜ ਆਪ ਜੀ ਹੁਣ ਮੌਜੂਦਾ ਸਤਿਗੁਰੂ ਹੋ, ਆਪ ਜੀ ਇਸ ਤਰ੍ਹਾਂ ਗੁਪਤ ਰਹਿੰਦੇ ਇਹ ਠੀਕ ਨਹੀਂ ਹੈ, ਕਿਉਂਕਿ ਜਦੋਂ ਤੱਕ ਆਕਾਸ਼ ਦੇ ਵਿੱਚ ਜੇ ਸੂਰਜ ਗੁਪਤ ਹੋ ਗਿਆ, ਸੂਰਜ ਛੁਪ ਗਿਆ, ਹਨੇਰਾ ਪਸਰ ਜਾਂਦਾ ਹੈ ਤੇ ਜਿੱਥੇ ਕਿਥੇ ਅੰਧਕਾਰ ਹੀ ਅੰਧਕਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਗੁਰੂ ਰੂਪੀ ਸੂਰਜ ਨੂੰ ਪ੍ਰਗਟ ਹੋਣਾ ਇਹ ਅਤ ਕਿ ਮਹਾਂਪੁਰਖਾਂ ਦੀ ਸਤਿਪੁਰਖਾਂ ਦੀ ਇਹ ਵਡਿਆਈ ਹੁੰਦੀ, ਉਹ ਆਪ ਕਦੇ ਆਪਣਾ ਆਪਾ ਨਹੀਂ ਜਣਾਉਂਦੇ ਹਨ, ਕਦੇ ਉਹ ਆਪਣਾ ਪ੍ਰਗਟਾਵਾ ਨਹੀਂ ਕਰਦੇ, ਉਹ ਨਿਮਾਣੇ ਨਿਤਾਣੇ ਬਣ ਕੇ ਰਹਿੰਦੇ ਤੇ ਉਹਨਾਂ ਨੂੰ ਸੰਗਤਾਂ ਨੂੰ ਚਾਹੀਦਾ ਉਹਨਾਂ ਨੂੰ ਪ੍ਰਗਟ ਕਰਨਾ। ਉਹ ਆਪ ਨਹੀਂ ਕਹਿੰਦੇ ਕਿ ਜੀ ਮੈਂ ਹਾਂ ਅਸਲੀ, ਮੇਰੀ ਪੂਜਾ ਕਰੋ, ਮੈਂ ਅਸਲੀ ਗੁਰੂ ਹਾਂ, ਮੈਂ ਅਸਲੀ ਸੰਤ ਹਾਂ ਕਰਕੇ। ਕੋਈ ਵੀ ਜਿਹੜਾ ਅਸਲੀ ਮਹਾਂਪੁਰਖ ਉਹਨਾਂ ਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਉਹ ਕਦੇ ਆਪਣੇ ਆਪੇ ਦਾ ਪ੍ਰਗਟਾਵਾ ਨਹੀਂ ਕਰਦੇ। ਸੋ ਮਹਾਰਾਜ ਨੇ ਕਿਹਾ ਸੀ ਪ੍ਰਗਟ ਨਹੀਂ ਹੋਣਾ। ਫਿਰ ਮਾਤਾ ਜੀ ਨੇ ਸੇਵਾਦਾਰ ਨੂੰ ਭੇਜਿਆ ਕਿ ਜਾਓ, ਜਾ ਕਰਕੇ ਜੋ ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਭਲਿਆਂ ਦੇ ਵਿੱਚੋਂ ਜੋ ਉਹਨਾਂ ਦੇ ਅੰਸ਼ ਬੰਸ਼ ਦੇ ਵਿੱਚ ਦਵਾਰਕਾ ਦਾਸ ਜੀ ਜੋ ਹਨ ਉਹਨਾਂ ਨੂੰ ਜਾ ਕਰਕੇ ਬੇਨਤੀ ਕਰਨਾ ਕਰੋ। ਪੱਤਰਚਾਰੀ ਕੀਤੀ ਹੈ, ਪੜ੍ਹ ਕਰਕੇ ਪੱਤਰ ਦਵਾਰਕਾ ਦਾਸ ਜੀ ਇਹ ਨਾਲ ਸਿੱਖ ਜਿਹੜਾ ਭਾਈ ਗੜੀਆ ਜਿਹਨੂੰ ਗੁਰੂ ਘਰ ਦਾ ਸਭ ਪਤਾ ਹੈ, ਭਾਈ ਗੜੀਏ ਨੂੰ ਨਾਲ ਲੈ ਕੇ ਆਉਣਾ ਕੀਤਾ, ਕਿਉਂਕਿ ਭਾਈ ਗੜੀਆ ਇੱਥੇ ਗੁਰੂ ਘਰ ਦਾ ਪੂਰਾ ਭੇਤੀ ਸੀ। ਉਹਨੂੰ ਪਤਾ ਸੀ ਕੌਣ ਦੰਬੀ ਹੈ, ਕੌਣ ਪਖੰਡੀ ਹੈ, ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਜਿਹੜਾ ਸਾਧ ਸੰਗਤ ਜੀ ਸੱਚ ਜਾਣੋ, ਬਾਹਰੀ ਬੰਦਾ ਜਿਹੜਾ ਹੁੰਦਾ, ਬਾਹਰੀ ਬੰਦੇ ਨੂੰ ਅੰਦਰ ਦੀ ਗੱਲ ਦਾ ਪਤਾ ਨਹੀਂ ਹੁੰਦਾ, ਉਹ ਤਾਂ ਬਾਹਰੀਆਂ ਚੀਜ਼ਾਂ ਵੇਖਦਾ, ਅੰਦਰ ਕੀ ਚੱਲ ਰਿਹਾ, ਪਰਿਵਾਰ ਦੇ ਵਿੱਚ ਕੀ ਚੱਲ ਰਿਹਾ, ਪਰਿਵਾਰ ਦਾ ਮੈਂਬਰ ਹੀ ਦੱਸ ਸਕਦਾ, ਬਾਹਰ ਦੇ ਲੋਕ ਥੋੜ੍ਹੀ ਕਹਿ ਸਕਦੇ ਹਨ। ਦਵਾਰਕਾ ਦਾਸ ਜੀ ਬੜੇ ਸਿਆਣੇ ਸਨ, ਉਹਨਾਂ ਨੇ ਭਾਈ ਗੜੀਏ ਨੂੰ ਆਪਣੇ ਨਾਲ ਲਿਆਉਣਾ ਕੀਤਾ ਕਿ ਭਾਈ ਦੱਸ ਇੱਥੇ ਕੀ ਮਾਮਲਾ ਚੱਲ ਰਿਹਾ ਹੈ। ਜਦੋਂ ਇਸ ਤਰ੍ਹਾਂ ਦਵਾਰਕਾ ਦਾਸ ਜੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਪਹੁੰਚ ਗਏ, ਉਸ ਵੇਲੇ ਸਾਧ ਸੰਗਤ ਜੀ ਮਨ ਦੇ ਵਿੱਚ ਆਇਆ ਕਿ ਭਾਈ ਧੀਰਮਲ ਵੀ ਤਾਂ ਸਾਡਾ ਰਿਸ਼ਤੇਦਾਰ ਹੈ, ਇੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਵੀ ਸਾਡੇ ਰਿਸ਼ਤੇਦਾਰ ਹਨ। ਜੇ ਆਪਾਂ ਗੁਰੂ ਤੇਗ ਬਹਾਦਰ ਜੀ ਦੇ ਕੋਲ ਜਾਂਦੇ ਹਾਂ ਤੇ ਧੀਰਮਲ ਨਾਰਾਜ਼ ਹੋ ਜਾਵੇਗਾ, ਕਿਉਂਕਿ ਉਸ ਵੇਲੇ ਧੀਰਮਲ ਨੇ ਸਭ ਤੋਂ ਵੱਡੀ ਦਾਅਵੇਦਾਰੀ ਕਰ ਦਿੱਤੀ ਸੀ। ਉਹਨੇ ਕਿਹਾ ਕਿ ਮੈਂ ਗੁਰੂ ਹਾਂ, ਸਭ ਤੋਂ ਜ਼ਿਆਦਾ ਦਾਅਵਾ ਉਹਦਾ ਚੱਲਦਾ ਸੀ। ਬੇਸ਼ੱਕ ਇਹ ਗੱਲ ਵੱਖਰੀ ਹੈ ਕਿ 22 ਮੰਜੀਆਂ ਉੱਥੇ ਲੱਗ ਗਈਆਂ, ਲੇਕਿਨ ਪ੍ਰਮੁੱਖ ਦਾਅਵੇਦਾਰ ਜਿਹੜਾ ਧੀਰਮਲ ਸੀ। ਤੇ ਇਹਨਾਂ ਨੇ ਕਿਹਾ ਜੇ ਧੀਰਮਲ ਕੋਲ ਜਾਂਦੇ ਆ ਇੱਥੇ ਮਾਤਾ ਨਾਨਕੀ ਜੀ ਨੇ ਨਾਰਾਜ਼ ਹੋ ਜਾਣਾ, ਹੁਣ ਕੀ ਕੀਤਾ ਜਾਵੇ। ਜਿਸ ਤਰ੍ਹਾਂ ਕਿ ਆਪਾਂ ਪਾਵਨ ਸ਼ਬਦ ਪੜ੍ਹਦੇ ਨਾ ਬਾਬਾ ਸਾਹਿਬ ਜੀ ਦਾ, ਫਰੀਦ ਸਾਹਿਬ ਜੀ ਦਾ ਕਿ ਫਰੀਦਾ ਗਲੀਏ ਚਿੱਕੜ ਦੂਰ ਘਾਰਾ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਫਿਰ ਬਾਬਾ ਜੀ ਨੇ ਬਚਨ ਕੀਤਾ ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ। ਕਿਉਂਕਿ ਰੋਜ਼ ਉਹਨਾਂ ਦੀ ਮਰਿਆਦਾ ਸੀ, ਰੋਜ਼ ਚੱਲ ਕੇ ਆਪਣੇ ਮੁਰਸ਼ਦ ਦੇ ਘਰ ਦੇ ਵਿੱਚ ਜਾਇਆ ਕਰਦੇ ਸਨ। ਅੱਜ ਬਹੁਤ ਜ਼ਿਆਦਾ ਮੀਂਹ ਪੈ ਗਿਆ, ਚਿੱਕੜ ਹੋ ਗਿਆ, ਮੀਂਹ ਵੀ ਪੈ ਰਿਹਾ, ਮਨ ਵਿੱਚ ਸੋਚਦੇ ਕਿ ਜੇ ਚੱਲਦਾ ਕੰਬਲੀ ਭਿੱਜ ਜਾਵੇਗੀ, ਪੈਰ ਚਿੱਕੜ ਵਿੱਚ ਲਿਬੜ ਜਾਣਗੇ। ਮਨ ਵਿੱਚ ਆਇਆ ਕਿ ਨਹੀਂ ਜੀ ਅੱਜ ਆਪਣੇ ਮੁਰਸ਼ਦ ਗੁਰੂ ਕੋਲ ਨਹੀਂ ਜਾਣਾ। ਫਿਰ ਤੁਰੰਤ ਮਨ ਜਿਹੜਾ ਨਿਰਮਲ ਮਨ ਨੇ ਆਵਾਜ਼ ਦਿੱਤੀ ਕਿ ਫਰੀਦਾ ਤੂੰ ਕਿਉਂ ਫਿਕਰ ਕਰ ਰਿਹਾ, ਤੂੰ ਇਹ ਕੰਬਲੀ ਦੀ ਫਿਕਰ ਕਰ ਰਿਹਾ ਤੇ ਤੂੰ ਇਹ ਵਸਤਰਾਂ ਦੀ ਫਿਕਰ ਕਰ ਰਿਹਾ, ਪੈਰਾਂ ਦੀ ਫਿਕਰ ਕਰ ਰਿਹਾ ਕਿ ਭਈ ਕਿਚੜ ਵਿੱਚ ਲਿਬੜ ਜਾਣਗੇ, ਲੇਕਿਨ ਇਹਦੇ ਨਾਲ ਤੂੰ ਇਹਦੀ ਪਰਵਾਹ ਕੀਤੀ ਤਾਂ ਤੇਰਾ ਪ੍ਰੇਮ ਟੁੱਟ ਜਾਵੇਗਾ। ਫਿਰ ਉਹਨਾਂ ਨੇ ਪ੍ਰੇਮ ਨੂੰ ਤਵੱਜੋ ਦਿੱਤੀ, ਕਿਹਾ ਨਾ ਫਿਰ ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ,
ਜਾਏ ਮਿਲਾ ਤਿਨਾ ਸੱਜਣਾ ਟੁੱਟਾ ਨਾਹੀ ਨਿਉ। ਜੋ ਮਰਜੀ ਹੋ ਜਾਏ ਮੈਂ ਆਪਣੇ ਸੱਜਣ ਕੋਲ ਜਾਵਾਂਗਾ। ਭਾਈ ਦਵਾਰਕਾ ਦਾਸ ਜੀ ਨੇ ਕਿਹਾ ਜੋ ਮਰਜੀ ਇਹ ਲੋਕ ਜਿੰਨੇ ਮਰਜੀ ਨਾਰਾਜ਼ ਹੁੰਦੇ ਕੋਈ ਫਿਕਰ ਨਹੀਂ ਹੈ, ਕਿਉਂਕਿ ਗੁਰੂ ਕੇ ਪਿਆਰੇ ਨੂੰ ਮਹਾਰਾਜ ਜੀ ਤੋਂ ਬਗੈਰ ਉਹ ਕਿਹਦੀ ਪਰਵਾਹ ਨਹੀਂ ਕਰਦਾ। ਪਾਤਸ਼ਾਹ ਜੀ ਨੇ ਕਿਹਾ ਨਾ ਪ੍ਰਵਾਹ ਨਾਹੀ ਕਿਸੈ ਕੇਰੀ ਬੋਝ ਸੱਚੈ ਨਾਹ। ਇੱਕ ਪਰਮਾਤਮਾ ਦੀ ਉਹ ਫਿਕਰ ਕਰਦੇ ਹਨ, ਬਾਕੀ ਕਿਹਦੀ ਕਾਨ ਕਨੌੜ ਉਹ ਨਹੀਂ ਕਰਿਆ ਕਰਦੇ। ਇਸ ਤਰ੍ਹਾਂ ਦਵਾਰਕਾ ਦਾਸ ਜੀ ਨੇ ਕਿਹਾ ਕਿ ਭਾਈ ਜੇ ਮੈਂ ਇਸ ਤਰ੍ਹਾਂ ਹੀ ਰਿਸ਼ਤਾਦਾਰੀ ਵੇਖਦਾ ਰਵਾਂਗਾ ਤੇ ਫਿਰ ਜੇ ਮੈਂ ਧੀਰ ਮਲ ਕੋਲ ਚੱਲ ਗਿਆ ਤੇ ਮੈਨੇ ਝੂਠ ਦਾ ਸਾਥ ਦਿੱਤਾ ਮੈਂ ਵੀ ਪਾਪ ਦਾ ਭਾਗੀ ਬਣ ਜਾਵਾਂਗਾ। ਉਹਨਾਂ ਨੇ ਕਿਹਾ ਜੋ ਮਰਜੀ ਰਿਸ਼ਤੇਦਾਰੀ ਹੋਵੇ ਸੰਬੰਧ ਹੋਵੇ, ਜਦੋਂ ਸੱਚ ਅਤੇ ਝੂਠ ਦੀ ਗੱਲ ਆਉਂਦੀ ਉਸ ਵੇਲੇ ਸੱਚ ਦਾ ਪੱਲਾ ਪਕੜਨਾ ਚਾਹੀਦਾ। ਮਨ ਵਿੱਚ ਸੋਚ ਕਰਕੇ ਹੁਣ ਉਹ ਸਿੱਧਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਜਿੱਥੇ ਮਾਤਾ ਨਾਨਕੀ ਜੀ ਵਿਰਾਜਮਾਨ ਹਨ ਉੱਥੇ ਗਏ। ਹੁਣ ਉੱਥੇ ਅੱਗੇ ਕੀ ਕੌਤਕ ਹੁੰਦਾ ਉਹ ਇਤਿਹਾਸ ਸਾਧ ਸੰਗਤ ਜੀ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਤੇਗ ਬਹਾਦਰ ਕਹਰੇ। ਇਸ ਤਰ੍ਹਾਂ ਭਾਈ ਦਵਾਰਕਾ ਦਾਸ ਜੀ ਸਿੱਧਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਘਰ ਅਜੋਕਾ ਜੋ ਪਾਵਨ ਅਸਥਾਨ ਜੋ ਹੈ ਬਾਬਾ ਬਕਾਲਾ ਸਾਹਿਬ ਦੇ ਵਿੱਚ ਜੋ ਮਹਾਰਾਜ ਜੀ ਦਾ ਨਿਵਾਸ ਅਸਥਾਨ ਸੀ, ਬਾਅਦ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ। ਉੱਥੇ ਭਾਈ ਦਵਾਰਕਾ ਦਾਸ ਜੀ ਆ ਗਏ। ਜਾਏ ਨਾਨਕੀ ਦਰਸ਼ਨ ਜਾ ਕਰਕੇ ਮਾਤਾ ਨਾਨਕੀ ਜੀ ਦੇ ਦਰਸ਼ਨ ਦਿਦਾਰੇ ਕਰਨੇ ਕੀਤੇ। ਸ੍ਰੀ ਗੁਰੂ ਅਮਰ ਅੰਸ ਕੋ ਜਾਣੈ। ਮਾਤਾ ਨਾਨਕੀ ਜੀ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅੰਸ ਬੰਸ ਦੇ ਵਿੱਚੋਂ ਜਾਣ ਕਰਕੇ ਦੇਖਤ ਓਟੀ ਬੰਦਨਾ ਠਾਨੈ। ਦੇਖ ਕਰਕੇ ਉਹਨਾਂ ਨੇ ਉਹਨਾਂ ਦੇ ਚਰਨਾਂ ਵਿੱਚ ਬੰਦਨਾ ਕਰਨੀ ਕੀਤੀ, ਨਮਸਕਾਰ ਕਰਨਾ ਕੀਤਾ। ਭਾਈ ਗੜੀਏ ਬੰਦਨ ਕੀਨ। ਭਾਈ ਗੜੀਆ ਜੋ ਨਾਲ ਆਇਆ ਤੇ ਉਹਨੇ ਮਾਤਾ ਜੀ ਨੂੰ ਵੱਡੇ ਜਾਣ ਕਰਕੇ ਉਹਨੇ ਮਾਤਾ ਜੀ ਦਾ ਸਤਿਕਾਰ ਕੀਤਾ। ਦੇਖੋ ਗੁਰਮੁਖੋ ਮਾਤਾ ਜੀ ਜੋ ਹਨ ਤੇ ਉਹਨਾਂ ਨੇ ਬੇਸ਼ੱਕ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਹਨ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਹਨ, ਲੇਕਿਨ ਦਵਾਰਕਾ ਦਾਸ ਜੀ ਘੱਟ ਥੋੜੀ ਉਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਆਸ ਬੰਸ ਦੇ ਵਿੱਚੋਂ ਤੇ ਉਹਨਾਂ ਦਾ ਬੜਾ ਰੁਤਬਾ। ਇੱਕ ਤਾਂ ਉਹ ਪਰਿਵਾਰ ਸੀ, ਉਹ ਪਰਿਵਾਰ ਦਾ ਸੰਬੰਧ ਹੈ ਤੇ ਨਾਲ ਉਹਨਾਂ ਨੇ ਕਮਾਈਆਂ ਕਰਨੀਆਂ ਕੀਤੀਆਂ। ਕਈ ਵਾਰੀ ਕੀ ਹੁੰਦਾ ਨਾ ਸਾਧ ਸੰਗਤ ਜੀ ਤੇ ਕਿਸੇ ਕਰਮ ਕਰਕੇ ਚੰਗੇ ਪਰਿਵਾਰ ਦੇ ਵਿੱਚ ਤਾਂ ਬੰਦੇ ਦਾ ਜਨਮ ਹੋ ਜਾਂਦਾ, ਲੇਕਿਨ ਉਹਦੇ ਕਰਮ ਚੰਗੇ ਨਹੀਂ ਹੁੰਦੇ, ਕਰਮਾਂ ਕਰਕੇ ਉਹ ਬੰਦਾ ਬੜਾ ਮਾੜਾ ਬਣ ਜਾਂਦਾ। ਲੇਕਿਨ ਕਈ ਵਾਰੀ ਇਹ ਵੀ ਆਪਾਂ ਵੇਖਦੇ ਹਾਂ ਚੰਗੀ ਕੁਲ ਦੇ ਵਿੱਚ ਜਨਮ ਹੁੰਦਾ ਤੇ ਉਹਦਾ ਆਚਰਣ, ਉਹਦਾ ਵਿਚਾਰ, ਉਹਦੇ ਕਰਮ ਵੀ ਬੜੇ ਚੰਗੇ ਹੁੰਦੇ, ਉਹਨਾਂ ਦੀ ਬੜੀ ਸ਼ੋਭਾ ਹੁੰਦੀ ਹੈ। ਸੋ ਇਸ ਤਰ੍ਹਾਂ ਮਾਤਾ ਜੀ ਨੇ ਉਹਨਾਂ ਦਾ ਸਤਿਕਾਰ ਕੀਤਾ। ਭਾਈ ਗੜੀਆ ਗਿਆ ਸੀ ਇੱਥੋਂ ਤੇ ਭਾਈ ਗੜੀਏ ਨੇ ਮਾਤਾ ਜੀ ਦਾ ਸਤਿਕਾਰ ਕੀਤਾ, ਚਰਨੀ ਮੱਥਾ ਟੇਕਣਾ ਕੀਤਾ। ਗੁਰਸਿੱਖ ਕੋ ਆਸ਼ਿਕ ਬਹੁ ਦੀਨ। ਉਸ ਵੇਲੇ ਮਾਤਾ ਜੀ ਨੇ ਭਾਈ ਗੜੀਏ ਨੂੰ ਬਹੁਤ ਆਸ਼ੀਰਵਾਦ ਦਿੱਤੇ। ਸਾਦਰ ਬੈਠ ਗਏ ਹਰ ਖਾਏ। ਸਤਿਕਾਰ ਦੇ ਨਾਲ ਉਹਨਾਂ ਨੂੰ ਬਿਠਾਉਣਾ ਕੀਤਾ। ਕੁਸ਼ਲ ਪ੍ਰਸ਼ਨ ਕਰ ਕਰ ਬਹੁ ਬਹਾਏ। ਫਿਰ ਕੁਸ਼ਲ ਪ੍ਰਸ਼ਨ ਕਰਨਾ ਕੀਤਾ ਕਿ ਭਾਈ ਉੱਥੇ ਠੀਕ ਠਾਕ ਹੈ, ਇਸ ਤਰ੍ਹਾਂ ਕੁਸ਼ਲ ਮੰਗਲਾਚਾਰ ਪੁੱਛਣੀ ਕੀਤੀ। ਗੜੀਏ ਕੀ ਨਿਸਬਾਕ ਬਿਲਾਸ। ਭਾਈ ਗੜੀਏ ਨੇ ਬਚਨ ਪ੍ਰਕਾਸ਼ ਕਰਨਾ ਕੀਤਾ, ਬਚਨ ਉਚਾਰਨ ਕੀਤਾ। ਜੇ ਗੁਰ ਪ੍ਰਗਟ ਹੈ ਤੁਮਹੁ ਆਵਾਸ। ਤੇ ਉਹਨਾਂ ਨੇ ਕਿਹਾ ਕਿ ਮਾਤਾ ਜੀ ਦੇਖੋ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਹੁਣ ਪ੍ਰਗਟ ਗੁਰੂ ਹਨ ਤੇ ਉਹਨਾਂ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਸਤ ਸੰਗਤ ਧਨ ਕੀ ਤਕ ਦਿਹੋ। ਉਸ ਵੇਲੇ ਚਲੋ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਜੀ ਕਈ ਵਾਰੀ ਨਾ ਕੋਈ ਚੰਗਾ ਆਪਾਂ ਕੰਮ ਕਰਦੇ ਹਾਂ, ਖਾਸ ਕਰਕੇ ਗੁਰਮੁਖੋ
ਤੇ ਕਈਆਂ ਨੂੰ ਆਪਾਂ ਵਧਾਈਆਂ ਦਿੰਦੇ ਹਾਂ ਤੇ ਆਪਾਂ ਕਹਿੰਦੇ ਨਾ ਕਿ ਭਾਈ ਕਿ ਜੀ ਤੁਹਾਡਾ ਤਾਂ ਕੰਮ ਹੋ ਗਿਆ, ਹੁਣ ਸਾਡੀ ਕੀ ਸੇਵਾ ਕਰੋਗੇ। ਇਸ ਤਰ੍ਹਾਂ ਭਾਈ ਗੜੀਆ ਜਿਹੜਾ ਹੈ ਉਹਨੇ ਕਿਹਾ ਕਿ ਮਾਤਾ ਜੀ ਦੇਖੋ, ਜੇ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੋ ਗਏ ਤਾਂ ਫਿਰ ਸੰਗਤ ਦੀ ਆਪ ਜੀ ਕੀ ਸੇਵਾ ਕਰੋਗੇ। ਇੱਥੇ ਭਾਈ ਗੜੀਏ ਨੇ ਆਪਣੇ ਨਿੱਜੀ ਸਵਾਰਥ ਦੇ ਲਈ ਪੈਸਾ ਨਹੀਂ ਮੰਗਣਾ ਕੀਤਾ। ਜਿਹੜਾ ਵਿਅਕਤੀ ਬੋਲਦਾ ਨਾ ਜੀ ਮੈਂ ਇਹ ਕੰਮ ਕਰ ਦੇਵਾਂਗਾ ਤੇ ਇਹ ਮੇਰੇ ਨਿੱਜੀ ਸਵਾਰਥ ਦੇ ਲਈ ਤੁਸੀਂ ਪੈਸਾ ਦਿਓ, ਸੱਚ ਜਾਣੋ ਸਾਧ ਸੰਗਤ ਜੀ ਉਹਦਾ ਪੈਸਾ ਦਿੱਤਾ ਹੋਇਆ ਜੇ ਤੁਸੀਂ ਉਹਨੂੰ ਪੈਸਾ ਦਿਓਗੇ ਉਹ ਪੈਸਾ ਤੁਹਾਡਾ ਬਰਬਾਦ ਹੋ ਜਾਵੇਗਾ। ਇਹ ਅੱਜ ਤੁਹਾਡੀ ਖੁਸ਼ੀ ਹੈ, ਕਿਉਂਕਿ ਇੱਥੇ ਆਪ ਜੀ ਦੇਖੋ ਗੁਰੂ ਘਰ ਦੇ ਵਿੱਚ ਕਈ ਵਾਰੀ ਕਈ ਜਿਹੜੇ ਮਹਾਂਪੁਰਖ ਹੁੰਦੇ ਹਨ, ਕਈ ਜਿਹੜੇ ਸੇਵਾਦਾਰ ਸਤਿਪੁਰਖ ਹੁੰਦੇ, ਉਹਨੂੰ ਆਪਾਂ ਮਾਇਆ ਦਿੰਦੇ ਆ। ਲੇਕਿਨ ਕੋਈ ਬੰਦੇ ਨੂੰ ਤੁਸੀਂ ਪਰਸਨਲੀ ਪੈਸਾ ਦਿਓ, ਕੋਈ ਬੰਦਾ ਸੰਗਤ ਦੇ ਪਾਸੋਂ ਪੈਸਾ ਲੈ ਕਰਕੇ ਨਿੱਜੀ ਸਵਾਰਥ ਦੇ ਲਈ ਉਹ ਪੈਸੇ ਦੀ ਜੇ ਦੁਰਵਰਤੋਂ ਕਰਨਾ ਕਰੇ, ਸੱਚ ਜਾਣੋ ਉਹ ਤਾਂ ਪਾਪ ਦਾ ਅਧਿਕਾਰੀ ਬਣ ਜਾਂਦਾ, ਉਹ ਪਾਪੀ ਹੋ ਜਾਂਦਾ ਹੈ ਤੇ ਨਾਲ ਉਹਨੂੰ ਦਿੱਤਾ ਹੋਇਆ ਤੁਹਾਡਾ ਧਨ ਜਿਹੜਾ ਕਦੇ ਵੀ ਸਫਲ ਨਹੀਂ ਹੋ ਸਕਦਾ। ਦਿੱਤੀ ਹੋਈ ਮਾਇਆ ਸਾਧ ਸੰਗਤ ਜੀ ਉੱਥੇ ਸਫਲ ਹੁੰਦੀ ਹੈ ਜਦੋਂ ਸੰਗਤ ਦੀ ਮਾਇਆ ਤੁਸੀਂ ਸੰਗਤ ਦੇ ਵਿੱਚ ਲਾਓ। ਆਪਾਂ ਵੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਜੀ ਜੋ ਵੀ ਆਪ ਜੀ ਧਨ ਦੇ ਰਹੇ ਹੋ, ਮਾਇਆ ਦੇ ਰਹੇ ਹੋ, ਇਹ ਸਿੱਧੀ ਮਾਇਆ ਗੁਰੂ ਕੇ ਗੋਲਕ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਸੰਗਤ ਦੇ ਭਲੇ ਦੇ ਲਈ ਤੇ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਲਈ। ਜਿੱਥੇ ਮਾਇਆ ਲੱਗ ਜਾਂਦੀ ਉੱਥੇ ਤੁਹਾਡਾ ਧਨ ਸਕਾਰਤ ਹੋ ਜਾਂਦਾ। ਇਹ ਜਿਹੜੇ ਦੰਭੀ ਪਖੰਡੀ ਜਿਹੜੇ ਵਿਅਕਤੀ ਵਿਸ਼ੇਸ਼ ਹੁੰਦੇ ਹਨ, ਉਹਨਾਂ ਨੂੰ ਜੇ ਤੁਸੀਂ ਮਾਇਆ ਦਿਓ, ਉਹ ਮਾਇਆ ਤੁਹਾਡੀ ਜਿਹੜੀ ਆ ਦਿੱਤੀ ਹੋਈ ਨੇਕ ਕਮਾਈ ਦੇ ਵਿੱਚੋਂ ਮਾਇਆ ਕੋਈ ਬੰਦਾ ਆਪਣੇ ਨਿੱਜੀ ਸਵਾਰਥਾਂ ਦੇ ਲਈ ਗੁਰੂ ਕਾ ਨਾਮ ਲੈ ਕਰਕੇ ਮਾਇਆ ਲੈ ਰਿਹਾ ਤੇ ਆਪਣੇ ਨਿੱਜੀ ਸਵਾਰਥਾਂ ਦੇ ਲਈ, ਨਿੱਜੀ ਅਯਾਸ਼ੀਆਂ ਦੇ ਲਈ ਉਹ ਮਾਇਆ ਵਰਤ ਰਿਹਾ ਤੇ ਸੱਚ ਜਾਣੋ ਤੁਹਾਡਾ ਦਿੱਤਾ ਹੋਇਆ ਪੈਸਾ ਬਰਬਾਦ ਹੋ ਜਾਵੇਗਾ। ਜੇ ਉਹ ਮਾਇਆ ਦੇ ਨਾਲ ਪਾਪ ਕਰੇਗਾ ਤੇ ਸੱਚ ਜਾਣੋ ਉਹ ਤੁਸੀਂ ਵੀ ਪਾਪ ਦੇ ਅਧਿਕਾਰੀ ਬਣ ਜਾਓਗੇ। ਇੱਕ ਸ਼ਰਾਬੀ ਕਬਾਬੀ ਬੰਦਾ ਜਿਹੜਾ ਹੈ ਉਹਨੂੰ ਤੁਸੀਂ ਬੋਲੋ ਜੀ ਮੈਂ ਇਹਨੂੰ ਦਾਨ ਦਿੱਤਾ, ਸਮਝੋ ਉਦਾਹਰਣ ਦੇ ਤੌਰ ਤੇ ਇੱਕ ਗੰਦਾ ਬੰਦਾ ਬੇਈਮਾਨ ਬੰਦਾ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਉਹਨੂੰ ਦਾਨ ਦਿੱਤਾ, ਉਹਨੇ ਉਹ ਤੁਹਾਡਾ ਪੈਸਾ ਲੈ ਕਰਕੇ ਠੇਕੇ ਚੱਲ ਗਿਆ, ਸ਼ਰਾਬ ਛਕ ਕਰਕੇ ਉਹਨੇ ਮਸਤੀਆਂ ਕੀਤੀਆਂ, ਬਦਫੈਲੀਆਂ ਕੀਤੀਆਂ ਤੇ ਸੱਚ ਜਾਣੋ ਉਹ ਤਾਂ ਪਾਪ ਦਾ ਅਧਿਕਾਰੀ ਹੈ ਤੇ ਤੁਸੀਂ ਵੀ ਪਾਪ ਦੇ ਅਧਿਕਾਰੀ ਬਣ ਜਾਓਗੇ। ਕਿਉਂ? ਕਿਉਂਕਿ ਤੁਸੀਂ ਜੇ ਧਨ ਨਹੀਂ ਦਿੰਦੇ ਤਾਂ ਫਿਰ ਇਹਨੇ ਕੰਮ ਨਹੀਂ ਕਰਨਾ ਸੀ। ਤੁਹਾਡਾ ਧਨ ਦਿੱਤਾ ਹੋਇਆ ਉਹਦੀ ਉਹਨੇ ਦੁਰਵਰਤੋਂ ਕਰਨੀ ਕੀਤੀ, ਲੋਕਾਂ ਦਾ ਬੁਰਾ ਕਰਨਾ ਕੀਤਾ, ਉਹਦਾ ਪਾਪ ਤੁਹਾਨੂੰ ਵੀ ਲੱਗ ਜਾਵੇਗਾ। ਹੁਣ ਇੱਥੇ ਭਾਈ ਗੜੀਏ ਨੇ ਜੋ ਬੇਨਤੀ ਕੀਤੀ ਕਿ ਮਾਤਾ ਜੀ ਕਿ ਸੰਗਤ ਦੀ ਆਪ ਜੀ ਫਿਰ ਕੀ ਸੇਵਾ ਕਰੋਗੇ। ਕਰੋ ਅਚਾਵਨ ਮਾਤਾ ਕਹੋ। ਤੇ ਹੁਣ ਮਾਤਾ ਜੀ ਤੁਸੀਂ ਦੱਸਣਾ ਕਰੋ, ਜਦੋਂ ਸਤਿਗੁਰੂ ਜੀ ਪ੍ਰਗਟ ਹੋ ਗਏ ਤੇ ਸਾਡੀ ਜਿੰਨੀ ਸੰਗਤ ਜਿਹੜੀ ਹੈ ਆਪ ਜੀ ਉਹਨਾਂ ਨੂੰ ਲੰਗਰ ਛਕਾਉਣਾ ਕਰੋ। ਕਿਉਂਕਿ ਇਹ ਸਾਧ ਸੰਗਤ ਜੀ ਇਹ ਜੋ ਆਪਾਂ ਮੰਗਦੇ ਹਾਂ, ਕਈ ਵਾਰੀ ਨਾ ਮਹਾਰਾਜ ਨੇ ਵੀ ਕਿਹਾ ਨਾ ਪਾਵੋਂ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤ ਰੇ ਨਾਰੇ। ਢੀਠ ਹੋ ਕਰਕੇ ਕਈ ਵਾਰੀ ਮੰਗਣਾ ਪੈਂਦਾ। ਕਈ ਵਾਰੀ ਕਹਿੰਦਾ ਕੋਈ ਮਨੋਰਥ ਕਰਦਾ ਨਾ ਗੁਰੂ ਘਰ ਦੇ ਵਿੱਚ ਵੀ ਤੇ ਮਹਾਂਪੁਰਖ ਸਤਿਪੁਰਖ ਕਹਿੰਦੇ ਕਿ ਠੀਕ ਹੈ ਭਾਈ ਤੇਰੀ ਅਰਦਾਸ ਕਰ ਦੇਵਾਂਗੇ, ਲੇਕਿਨ ਦੱਸ ਜੇ ਤੇਰੀ ਅਰਦਾਸ ਪੂਰੀ ਹੋ ਗਈ ਤੂੰ ਸੇਵਾ ਕੀ ਕਰੇਗਾ। ਫਿਰ ਉਹਨੂੰ ਸੇਵਾ ਵੀ ਲਾ ਦਿੰਦੇ ਕਿ ਠੀਕ ਹੈ ਭਾਈ ਆ ਤੇਰਾ ਕਾਰਜ ਸਫਲ ਹੋ ਗਿਆ, ਤੂੰ ਸੰਗਤਾਂ ਨੂੰ ਲੰਗਰ ਛਕਾਉਣਾ ਕਰ। ਉਹ ਆਪਣਾ ਨਿੱਜੀ ਸਵਾਰਥ ਨਹੀਂ ਇਹ ਕਰਦੇ ਕਿ ਜੀ ਮੈਨੂੰ ਬਸਤਰ ਦੇ, ਮੈਨੂੰ ਗੱਡੀ ਦੇ, ਮੈਨੂੰ ਪੈਸਾ ਦੇ। ਉਹ ਕਹਿੰਦੇ ਕਿ ਚੱਲ ਤੇਰੀ ਅਰਦਾਸ ਕਰਾਂਗੇ, ਤੇਰਾ ਕੰਮ ਕਰਾਂਗੇ ਭਾਈ, ਤੇ ਤੇਰਾ ਜੇ ਕੰਮ ਹੋ ਗਿਆ ਤੇ ਫਿਰ ਤੂੰ ਗੁਰੂ ਘਰ ਦੇ ਵਿੱਚ ਸੇਵਾ ਕਰਨਾ ਕਰ। ਹੁਣ ਕਈ ਵਾਰੀ ਮਹਾਂਪੁਰਖਾਂ ਨੂੰ ਆਪਾਂ ਵੇਖਦੇ ਹਾਂ, ਖਾਸ ਕਰਕੇ ਜਿਹੜੇ ਮਹਾਂਪੁਰਖ ਹਨ ਸੇਵਾ ਕਰਾਉਂਦੇ ਹਨ, ਕੋਈ ਸ਼ਰਧਾਲੂ ਕੋਈ ਟਹਿਲੂਆ ਜਿਹੜਾ ਜਾ ਕਰਕੇ ਉਹਨੂੰ ਬੇਨਤੀ ਕਰਦਾ ਕਿ ਮਹਾਂਪੁਰਖੋ ਇਹ ਮੇਰਾ ਕਾਰਜ ਅੜ ਗਿਆ, ਕਿਰਪਾ ਕਰੋ ਆਪ ਅਰਦਾਸ ਬੇਨਤੀ ਕਰਨਾ ਕਰੋ। ਤੇ ਕਈ ਵਾਰੀ ਮਹਾਂਪੁਰਖ ਕਹਿ ਦਿਆ ਕਰਦੇ ਹਨ ਕਿ ਠੀਕ ਹੈ ਭਾਈ ਅਸੀਂ ਤੇਰੀ ਅਰਦਾਸ ਕਰ ਦਿੰਦੇ ਹਾਂ, ਜੇ ਤੇਰਾ ਕਾਰਜ ਰਾਸ ਹੋ ਗਿਆ ਇੰਨਾ ਦਮੜਾ ਗੁਰੂ ਘਰ ਦੇ ਵਿੱਚ ਚੜਾਉਣਾ ਤੇ ਤੂੰ ਇੱਥੇ ਲੰਗਰ ਦੀ ਸੇਵਾ ਕਰਨਾ ਕਰ। ਤੇ ਆ ਜਿਹੜੀ ਹੈ ਉੱਥੇ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ, ਸਰੀਏ ਦੀ, ਸੀਮੈਂਟ ਦੀ ਤੂੰ ਸੇਵਾ ਕਰਨਾ ਕਰ।
ਉਹ ਆਪਣੇ ਨਿੱਜੀ ਸਵਾਰਥ ਦੇ ਲਈ ਨਹੀਂ, ਉਹ ਗੁਰੂ ਘਰ ਦੀ ਸੇਵਾ ਦੇ ਲਈ ਸੰਗਤਾਂ ਨੂੰ ਪ੍ਰੇਰਣਾ ਦਿੰਦੇ ਹਨ। ਜਨਨੀ ਕੋ ਸੁਨ ਮਨ ਹਰ ਖਾਨਾ। ਇਹ ਸੁਣ ਕਰਕੇ ਮਾਤਾ ਨਾਨਕੀ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਗਏ। 10,000 ਦੇਵਨ ਕੋ ਮਾਨਾ। ਕਿਹਾ ਕਿ ਬਾਬਾ ਜੀ ਜੇ ਸਤਿਗੁਰੂ ਜੀ ਪ੍ਰਗਟ ਹੋ ਗਏ ਨਾ, ਮੈਂ 10,000 ਦਮੜਾ ਦਵਾਂਗੀ ਲੰਗਰਾਂ ਦੇ ਲਈ। 10,000 ਦਮੜੇ ਦਾ ਆਪਾਂ ਨੇ ਲੰਗਰ ਕਰਨਾ ਹੈ। ਗੜੀਏ ਧਾਰ ਆਨੰਦ ਬਿਲੰਦ। ਭਾਈ ਗੜੀਆ ਬੜਾ ਪ੍ਰਸੰਨ ਹੋਇਆ। ਕਰ ਅਰਦਾਸ ਹਾਥ ਦੁਆ ਬੰਦ। ਉਹਨੇ ਦੋਵੇਂ ਹੱਥ ਜੋੜ ਕਰਕੇ ਅਰਦਾਸ ਬੇਨਤੀ ਕਰਨੀ ਕੀਤੀ। ਤਬ ਗੁਰ ਅੰਸ਼ ਦਵਾਰਕਾ ਦਾਸ। ਉਸ ਤੋਂ ਬਾਅਦ ਭਾਈ ਦਵਾਰਕਾ ਦਾਸ ਜੀ ਜੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅੰਸ਼ ਬੰਸ ਦੇ ਵਿੱਚੋਂ ਸਨ, ਕੁੰਕਮ ਨਾਲੀਰ ਲੈ ਪਾਸ। ਉਹਨਾਂ ਨੇ ਜਿਹੜਾ ਕੁੰਕਮ ਜਿਹੜਾ ਚੰਦਨ ਦਾ ਤਿਲਕ ਲੈ ਕਰਕੇ ਨਰੀਏਲ ਲੈ ਕਰਕੇ ਗੁਰਮੁਖ ਗੜੀਆ ਨਿਜ ਸੰਗ ਲੀਨ। ਉਹਨਾਂ ਨੇ ਭਾਈ ਗੜੀਏ ਨੂੰ ਆਪਣੇ ਨਾਲ ਲੈਣਾ ਕੀਤਾ। ਗਾਮਨੇ ਸ੍ਰੀ ਗੁਰ ਜਹਾਂ ਅਸੀਲ। ਜਿੱਥੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਵਿਰਾਜਮਾਨ, ਇਹ ਤਾਂ ਮਹਾਰਾਜ ਨੂੰ ਪਤਾ ਨਹੀਂ, ਮਹਾਰਾਜ ਦਾ ਭੋਰਾ ਸਾਹਿਬ ਦੇ ਵਿੱਚ ਸਨ। ਇਹ ਗੁਰਮੁਖ ਪਿਆਰੇ ਉੱਥੇ ਚੱਲ ਗਏ। ਗੁਰ ਅਮਰ ਅੰਸ਼ ਹਰ ਖਾਏ। ਵੇਖ ਕਰਕੇ ਭਾਈ ਦਵਾਰਕਾ ਦਾਸ ਜੀ ਨੂੰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੜੇ ਪ੍ਰਸੰਨ ਹੋਏ। ਖੜੇ ਹੋਏ ਮਿਲ ਕੰਠ ਲਗਾਏ। ਖੜੇ ਹੋ ਕਰਕੇ ਸਤਿਕਾਰ ਕਰਨਾ ਕੀਤਾ। ਭਾਈ ਦਵਾਰਕਾ ਦਾਸ ਜੀ ਨੇ ਉਹਨਾਂ ਨੂੰ ਆਪਣੇ ਕੰਠ ਲਾਇਆ ਹੈ। ਸਭ ਗ੍ਰਹਿ ਕੁਸ਼ਲ ਬੂਝ ਬੈਠਾਏ। ਫਿਰ ਬੈਠ ਕਰਕੇ ਘਰ ਪਰਿਵਾਰ ਦੀ ਕੁਸ਼ਲ ਮੰਗਲਾਚਾਰ ਪੁੱਛਣੀ ਕੀਤੀ। ਆਦਰ ਕਰ ਬਚ ਮਧੁਰ ਸੁਹਾਏ। ਬੜੇ ਪ੍ਰੇਮ ਦੇ ਨਾਲ ਬਚਨ ਕਰਨੇ ਕੀਤੇ। ਸਿਖਤ ਦਵਾਰਕਾ ਦਾਸ ਆਨੰਦੇ। ਜਦੋਂ ਭਾਈ ਦਵਾਰਕਾ ਦਾਸ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨੇ ਕੀਤੇ, ਗੁਰਮੁਖੋ ਭਾਈ ਦਵਾਰਕਾ ਦਾਸ ਜਿਹੜਾ ਉਹਦਾ ਰੂਹਾਂ ਰੂਹਾਂ ਖਿੜ ਗਿਆ, ਆਨੰਦਿਤ ਹੋ ਗਿਆ। ਉਸਤਤ ਕੀਨਸ ਗੁਰੂ ਬਿਲੰਦੇ। ਸਤਿਗੁਰੂ ਮਹਾਰਾਜ ਜੀ ਦੀ ਉਹਨੇ ਬਹੁਤ ਜ਼ਿਆਦੀ ਸਤੁਤੀ ਕਰਨੀ ਕੀਤੀ। ਤੁਮ ਜਗ ਤਾਰਨ ਕਾਰਨ ਆਏ। ਭਾਈ ਦਵਾਰਕਾ ਦਾਸ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਆਪ ਜੀ ਤੁਮ ਜਗ ਤਾਰਨ, ਆਪ ਜੀ ਜਗਤ ਦੇ ਤਾਰਨ ਕਾਰਨ ਆਏ, ਭਾਵ ਕਿ ਜਗਤ ਨੂੰ ਤਾਰਨ ਦੇ ਲਈ ਆਪ ਜੀ ਦਾ ਅਵਤਾਰ ਧਾਰਨ ਹੋਇਆ। ਸਭ ਕੇ ਬੈਠਨ ਕਿਮ ਇਹ ਪਹਾਏ। ਹੁਣ ਇਹ ਤੁਹਾਡਾ ਫਰਜ਼ ਬਣਦਾ, ਇਹ ਤੁਹਾਡੀ ਪਰਮਾਤਮਾ ਨੇ ਡਿਊਟੀ ਲਾਈ ਹੈ, ਤੇ ਹੁਣ ਆਪ ਜੀ ਇਸ ਤਰ੍ਹਾਂ ਛੁਪ ਕਰਕੇ ਬੈਠ ਜਾਓਗੇ, ਆਪਣੇ ਆਪਾ ਪ੍ਰਗਟ ਨਹੀਂ ਕਰੋਗੇ, ਤੇ ਫਿਰ ਇਹ ਤਾਂ ਬਹੁਤ ਗਲਤ ਗੱਲ ਹੋ ਜਾਵੇਗੀ। ਅਭੈ ਸਿੰਘਾਸਨ ਸਜੋ ਵਿਸਾਲ। ਹੁਣ ਤੁਹਾਡਾ ਮਹਾਰਾਜ ਇਹ ਫਰਜ਼ ਬਣਦਾ ਕਿ ਆਪ ਜੀ ਉਠੋ, ਆ ਕਰਕੇ ਗੁਰਤਾ ਗੱਦੀ ਦੇ ਸਿੰਘਾਸਣ ਦੇ ਉੱਤੇ ਵਿਰਾਜਮਾਨ ਹੋਣਾ ਕਰੋ। ਦੇਹ ਦਰਸ ਜਗ ਕਰੋ ਨਿਹਾਲ। ਸਾਰੀ ਸੰਗਤ ਨੂੰ ਆਪ ਜੀ ਦਰਸ਼ਨ ਦੇਣਾ ਕਰੋ, ਜੋ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ, ਬਨ ਗੁਰ ਸੰਗਤ ਸਕਲ ਸੰਭਾਲੈ, ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਗੁਰੂ ਬਣ ਕਰਕੇ ਸਾਰੀ ਸੰਗਤ ਨੂੰ ਸਾਂਭ ਲੈਣਗੇ। ਗੁਰੂ ਦਾ ਇਹ ਫਰਜ਼ ਹੁੰਦਾ ਸੰਗਤ ਨੂੰ ਸਾਂਭਣਾ। ਜੇ ਆਪ ਜੀ ਇਸ ਤਰ੍ਹਾਂ ਅਲੋਪ ਰਹੋਗੇ, ਗੁਪਤ ਰਹੋਗੇ, ਤੇ ਸੰਗਤ ਨੂੰ ਕਿਹਨੇ ਸਾਂਭਣਾ ਹੈ। ਇਤਿਆਦਿ ਕਹਿ ਬਿਨੈ ਬਡੇਰੀ। ਇਤਿਆਦਿਕ ਭਾਈ ਦਵਾਰਕਾ ਦਾਸ ਨੇ ਬੜੇ ਵਾਸਤੇ ਪਾਏ, ਬਹੁਤ ਬੇਨਤੀਆਂ ਕੀਤੀਆਂ। ਕੁੰਕਮ ਤਿਲਕ ਕਰਿਓ ਤਿਸ ਬੇਰੀ। ਉਸ ਵੇਲੇ ਜਿਹੜਾ ਕੁੰਕਮ ਜਿਹੜਾ ਚੰਦਨ ਕੇਸਰ ਦਾ ਤਿਲਕ ਕਰਨਾ ਕੀਤਾ, ਨਰੀਅਲ ਝੋਲੀ ਵਿੱਚ ਪਾ ਦਿੱਤਾ। ਪੂਜਾ ਭੇਟ ਨਾਲੀਅਰ ਧਰਿਓ। ਤੇ ਪੂਜਾ ਕਰਨੀ ਕੀਤੀ ਹੈ, ਨਰੀਅਲ ਜੋ ਹੈ ਉਹਨਾਂ ਨੇ ਭੇਟ ਕਰਨਾ ਕੀਤਾ। ਸਤਿਗੁਰ ਕੁਛ ਨਹੀਂ ਉਚਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਕੋਈ ਬਚਨ ਨਹੀਂ ਕੀਤਾ, ਭਾਵ ਕਿ ਜੋ ਭਾਣਾ ਵਰਤ ਰਿਹਾ, ਜੋ ਚੱਲ ਰਿਹਾ ਨਾ, ਮਹਾਰਾਜ ਜੀ ਉਹਨੂੰ ਸਵੀਕਾਰ ਕਰਦੇ ਲਈ, ਲੇਕਿਨ ਆਪਣਾ ਆਪੇ ਤੋਂ ਮਹਾਰਾਜ ਜੀ ਨੇ ਕੋਈ ਬਚਨ ਨਹੀਂ ਕੀਤਾ। ਕਿਤਕ ਸਿੱਖ ਐਸੀ ਵਿਧੇਰੀ। ਇਸ ਤਰ੍ਹਾਂ ਕਈ ਗੁਰੂ ਕੇ ਪਿਆਰਿਆਂ ਨੇ ਜਦੋਂ ਵੇਖਣਾ ਕੀਤਾ, ਸਾਰੇ ਚਰਨ ਧਰ ਭੇਟ ਕਹਨੇ। ਉਹਨਾਂ ਨੇ ਆ ਕਰਕੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਣਾ ਕੀਤਾ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਨੀਆਂ ਕੀਤੀਆਂ। ਮਾਤ ਨਾਨਕੀ ਭਈ ਆਨੰਦ। ਮਾਤਾ ਨਾਨਕੀ ਜੀ ਬਹੁਤ ਜ਼ਿਆਦਾ ਆਨੰਦਿਤ ਹੋਏ ਹਨ। ਜਾਚਕ ਦਾ ਕਰ ਦਰਬ ਬਿਲੰਦ। ਉਹਨਾਂ ਨੇ ਜਿਹੜੇ ਜਾਚਕ ਆਏ ਸੀ ਮੰਗਤਿਆਂ ਨੂੰ ਬਹੁਤ ਜ਼ਿਆਦਾ ਦਾਨ ਦਿੱਤਾ। ਬਾਰ ਬਾਰ ਜਾਵਤ ਬਲਹਾਰੇ। ਬਾਰ ਬਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੋਂ ਇਹ ਵਾਰੀ ਬਲਹਾਰੀ ਜਾਂਦੇ ਹਨ। ਸੁਤ ਸ਼ੋਭਾ ਕੋ ਅਧਿਕ ਨਿਹਾਰੇ। ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਹੁਤ ਵੱਡੀ ਸ਼ੋਭਾ ਨੂੰ ਵੇਖਣਾ ਕੀਤਾ। ਪ੍ਰੇਮੀ ਸਿੱਖ ਸ਼ਰਧਾ ਜਿਨ ਆਏ। ਜਿਹੜੇ ਪ੍ਰੇਮੀ ਗੁਰੂ ਕੇ ਸਿੱਖ ਸ਼ਰਧਾ ਭਾਵਨਾ ਵਾਲੇ, ਚੇਤਕ ਆਵਤ ਗੁਰ ਸ਼ਰਨਾਈ। ਬਹੁਤ ਸਾਰੇ ਗੁਰੂ ਕੇ ਪਿਆਰਿਓ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆ ਗਏ। ਧਨੀ ਮਸੰਦ ਮਹਾ ਅਭਿਮਾਨੀ। ਜਿਹੜੇ ਮਾਇਆ ਧਾਰੀ ਮਸੰਦ ਜਿਹੜੇ ਸਨ,
ਜਿਹੜੇ ਮਾਇਆ ਦੇ ਲਾਲਚੀ ਸਨ, ਜਿਨ੍ਹਾਂ ਨੇ ਧਰਮ ਦਾ ਲਿਬਾਸ ਧਾਰਨ ਕਰਨਾ ਕੀਤਾ, ਮਸੰਦਤਾ ਬਣ ਗਏ, ਲੇਕਿਨ ਸਿੱਖੀ ਸਿਦਕ ਦੇ ਉੱਤੇ ਕੋਈ ਵਿਸ਼ਵਾਸ, ਕੋਈ ਭਰੋਸਾ ਨਹੀਂ ਹੈ। ਜਿਸ ਤਰ੍ਹਾਂ ਮਹਾਰਾਜ ਨੇ ਕਿਹਾ, ਅੰਤਰ ਕਪਟ ਉਦਰ ਭਰਨ ਕੈ ਤਾਈ ਪਾਠ ਪੜ੍ਹੇਗਾ ਵਾਰੀ। ਕਈ ਜਿਹੜੇ ਨਾ ਪਾਠ ਕਰਕੇ ਦਿਖਾਉਂਦੇ, ਕੁਛ ਪੜ੍ਹ ਕੇ ਦਿਖਾਉਂਦੇ, ਤੇ ਇਹ ਨਹੀਂ ਸਮਝਣਾ ਚਾਹੀਦਾ ਕਿ ਭਾਈ ਅੰਦਰ ਵੀ ਬੜਾ ਨਿਰਮਲ ਹੈ। ਕਈ ਲੋਕ ਇਹ ਝਾਂਸਾ ਦਿੰਦੇ ਹਨ। ਮਹਾਰਾਜ ਦਾ ਇਹ ਪਾਵਨ ਬਚਨ ਹੈ ਕਿ ਉਹਨਾਂ ਦੇ ਅੰਦਰ ਕਪਟ ਹੁੰਦਾ ਤੇ ਮਨ ਵਿੱਚ ਲਾਲਚਾਂ ਹੁੰਦੀਆਂ ਕਿ ਭਾਈ ਇਹ ਕਰਕੇ ਦਿਖਾਵਾਂਗੇ ਤਾਂ ਸਾਨੂੰ ਮਾਇਆ ਮਿਲੇਗੀ। ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਨੇ ਸਾਧਨਾ ਨੂੰ ਵੀ ਧੰਦੇ ਦਾ ਇੱਕ ਸਾਧਨ ਬਣਾ ਦਿੱਤਾ। ਸਾਧਨਾ ਆਪਾਂ ਕਰਦੇ ਹਾਂ, ਜਪ ਕਰਦੇ ਹਾਂ, ਤਪ ਕਰਦੇ ਹਾਂ, ਕਰਨਾ ਚਾਹੀਦਾ। ਇਹ ਕਾਹਦੇ ਲਈ? ਆਤਮਿਕ ਕਲਿਆਣ ਦੇ ਲਈ, ਰੱਬ ਦੀ ਪ੍ਰਾਪਤੀ ਦੇ ਲਈ ਕਰਨਾ ਚਾਹੀਦਾ। ਇੱਥੋਂ ਤੱਕ ਤਾਂ ਠੀਕ ਹੈ, ਲੇਕਿਨ ਕਈ ਲੋਕ ਮਾਫ ਕਰਨਾ ਗੁਰਮੁਖ, ਇਹ ਸਾਧਨਾ ਜਿਹੜੀ ਹੈ ਉਹਨਾਂ ਨੂੰ ਪੈਸੇ ਕਮਾਉਣ ਦਾ ਉਹਨਾਂ ਨੇ ਸਾਧਨ ਬਣਾ ਕੇ ਰੱਖ ਦਿੱਤਾ ਹੈ। ਭਾਵ ਕਿ ਜਦੋਂ ਵੇਖਦੇ ਕੋਈ ਵੀ ਨਹੀਂ ਹੈ, ਕੁਛ ਕੋਈ ਬਚਨ ਨਹੀਂ ਕਰਦੇ, ਕੋਈ ਸਿਮਰਨ ਨਹੀਂ ਹੁੰਦਾ, ਜਦੋਂ ਵੇਖਦੇ ਕਿ 4 ਸੰਗਤਾਂ ਆ ਗਈਆਂ, 4 ਲੋਕ ਵੇਖਣ ਵਾਲੇ ਆ ਗਏ, ਫਿਰ ਦੇਖੋ ਅੱਖਾਂ ਬੰਦ ਹੋ ਜਾਂਦੀਆਂ। ਕਿਸ ਤਰ੍ਹਾਂ ਫਿਰ ਉਹ ਬੜੇ ਪਖੰਡ ਕਰਕੇ ਦਿਖਾਉਂਦੇ ਹਨ ਤੇ ਸਿਰਫ ਉਹਨਾਂ ਦੇ ਅੰਦਰ ਪਖੰਡ ਹੁੰਦਾ, ਪੈਸੇ ਕਮਾਉਣ ਦੇ ਲਈ ਧਰਮ ਦਾ ਉਹਨਾਂ ਨੇ ਇਹ ਰਾਸਤਾ ਅਪਣਾਉਣਾ ਕੀਤਾ। ਇਸ ਤਰ੍ਹਾਂ ਦੇ ਮਸੰਦ ਜਿਹੜੇ ਹਨ, ਕਿਉਂਕਿ ਯਾਦ ਰੱਖੋ ਗੁਰਮੁਖੋ, ਜਿੱਥੇ ਸੱਚਾ ਮਨੁੱਖ ਹੁੰਦਾ, ਇਹ ਗੱਲ ਸਾਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ। ਸੱਚਾ ਮਨੁੱਖ ਹੁੰਦਾ ਨਾ, ਉਹਦੇ ਨਾਲ ਜੁੜਨਾ ਬੜਾ ਔਖਾ ਹੁੰਦਾ ਹੈ। ਤੇ ਜਿਹੜਾ ਸੱਚੇ ਮਨੁੱਖ ਦੇ ਨਾਲ, ਸਚਿਆਰ ਦੇ ਨਾਲ ਜੁੜਦਾ ਹੈ, ਸਚਿਆਰ ਦੇ ਨਾਲ ਸੱਚਾ ਹੀ ਪੁਰਖ ਜਿਹੜਾ ਜੁੜ ਸਕਦਾ ਹੈ। ਤੇ ਮਹਾਰਾਜ ਨੇ ਕਿਹਾ ਨਾ, ਵਿੱਚ ਸੱਚੇ ਕੂੜ ਨਾ ਗੱਡਈ ਮਨ, ਵੇਖੋ ਕੋ ਨਿਰਜਾਸ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜੀਆਰ ਕੁੜੀਆਰੀ ਜਾਏ ਰਲੇ। ਕੁੜੀਆਰ ਦਾ ਮਤਲਬ ਝੂਠੇ, ਉਹਨਾਂ ਦਾ ਸੰਬੰਧ ਜਿਹੜਾ ਹੈ ਝੂਠਿਆਂ ਦੇ ਨਾਲ ਹੁੰਦਾ ਹੈ, ਝੂਠੇ ਝੂਠਿਆਂ ਦੇ ਵਿੱਚ ਰਲ ਜਾਂਦੇ, ਸਚਿਆਰ ਸੱਚਿਆਂ ਦੇ ਨਾਲ ਰਲ ਜਾਂਦੇ। ਹੁਣ ਜਿਹੜੇ ਮਸੰਦ ਜਿਹੜੇ ਹਨ, ਅਖੌਤੀ ਧਾਰਮਿਕ ਲੋਕ, ਇਹ ਜਿਹੜੇ ਦੰਭੀ ਪਖੰਡੀ, ਜਿਹੜੇ ਜਿਨ੍ਹਾਂ ਨੂੰ ਸਿਰਫ ਮਾਇਆ ਦੇ ਨਾਲ ਹੀ ਪ੍ਰੇਮ ਸੀ, ਗੁਰਮੁਖੋ ਯਾਦ ਰੱਖੋ, ਸਾਰੇ ਮਸੰਦ ਇੱਥੇ ਖਰਾਬ ਨਹੀਂ ਹੋਏ। ਜਿਹੜੇ ਚੜ੍ਹਦੀ ਕਲਾ ਵਾਲੇ, ਸੱਚ ਨਾਲ ਜੁੜੇ ਹੋਏ, ਉਹ ਤੁਰੰਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਗਏ। ਤੇ ਇਸ ਤੋਂ ਪਹਿਲੇ ਕਥਾ ਆਈ ਸੀ, ਦਾਸ ਨੇ ਉਸ ਵੇਲੇ ਬੇਨਤੀ ਕੀਤੀ ਸੀ ਕਿ ਜਿਹੜੇ ਲਾਲਚੀ ਮਸੰਦ ਸਨ, ਉਹਨਾਂ ਨੇ ਸੋਢੀਆਂ ਦੇ ਨਾਲ ਗੰਢ ਤੁੱਪ ਕਰਨਾ ਕੀਤਾ, ਸੌਦਾ ਕਰਨਾ ਕੀਤਾ। ਜਿਸ ਤਰ੍ਹਾਂ ਆਪਾਂ ਬਾਜ਼ਾਰਾਂ ਦੇ ਵਿੱਚ ਜਾ ਕਰਕੇ ਕੋਈ ਚੀਜ਼ ਖਰੀਦਦੇ ਹਾਂ, ਤੋਲ ਮਾਪ ਕਰਦੇ ਨਾ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਬਾਰਗੇਨਿੰਗ ਬੋਲਦੇ ਹਾਂ, ਤੋਲ ਮਾਪ ਕਰਨਾ। ਕਿ ਅਗਲੇ ਨੇ ਕਿਹਾ ਜੀ 100 ਦਮੜੇ ਦਾ, ਆਪਾਂ ਕਹਿੰਦੇ ਨਹੀਂ ਜੀ 80 ਵਿੱਚ ਦੇ ਕਰਕੇ, ਉਹ ਕਹਿੰਦਾ ਨਹੀਂ ਜੀ 90 ਲੈਣੇ, ਫਿਰ ਆਪਾਂ ਵਿਚਕਾਰ ਦਾ ਇਹ ਕਰਦੇ। ਇਸ ਤਰ੍ਹਾਂ ਇਹ ਜਿਹੜੇ ਮਾਇਆ ਧਾਰੀ, ਜਿਹੜੇ ਮਾਇਆ ਦੇ ਲਾਲਚੀ ਮਸੰਦ ਤੇ ਦੰਭੀ ਪਖੰਡੀ ਗੁਰੂਆਂ ਦੇ ਨਾਲ ਗੰਢ ਤੁੱਪ ਹੋ ਗਿਆ ਸੀ। ਤੇ ਇਹਨਾਂ ਪਖੰਡੀਆਂ ਨੇ ਕੀ ਕੀਤਾ, ਸੋਢੀਆਂ ਨੂੰ ਜਿਹੜੇ ਉੱਥੇ ਮੰਜੀਆਂ ਲਾ ਕਰਕੇ ਬੈਠੇ, ਉਹਨਾਂ ਨੂੰ ਕਿਹਾ ਕਿ ਦੇਖ ਭਾਈ, ਮੇਰੇ ਪਿੱਛੇ ਇਹ ਸਾਰੇ ਇਲਾਕੇ ਦੀ ਸੰਗਤ ਹੈ, ਮੇਰੇ ਕੋਲ ਇੰਨੇ ਤਗੜੇ ਤਗੜੇ ਮਾਇਆ ਧਾਰੀ ਬੰਦੇ ਹਨ, ਮੈਂ ਉਹਨਾਂ ਦਾ ਮਸੰਦ, ਮੈਂ ਆਗੂ ਹਾਂ। ਮੈਂ ਜੇ ਤੇਰੇ ਕੋਲ ਇਹ ਸਾਰੀ ਸੰਗਤ ਲੈ ਕੇ ਆਵਾਂਗਾ ਤੇ ਤੂੰ ਮੈਨੂੰ ਕਿੰਨਾ ਕਮਿਸ਼ਨ ਦੇਵੇਗਾ? ਫਿਰ ਉੱਥੇ ਗੁਰਮੁਖੋ, ਜਿਸ ਤਰ੍ਹਾਂ ਆਪਾਂ ਸਬਜ਼ੀਆਂ ਖਰੀਦਦੇ ਹਾਂ ਤੇ ਕਈ ਵਾਰੀ ਆਪਾਂ ਤੋਲ ਮਾਪ ਕਰਦੇ ਨਾ, ਇਸ ਤਰ੍ਹਾਂ ਇਹਨਾਂ ਨੇ ਤੋਲ ਮਾਪ ਕਰਨਾ ਕੀਤਾ ਸੰਗਤ ਦੀ ਮਾਇਆ ਦੇ ਉੱਤੇ। ਤੇ ਇਹਨਾਂ ਅਖੌਤੀ ਗੁਰੂਆਂ ਨੇ, ਜਿਹੜੇ ਸੋਢੀ, ਜਿਹੜੇ ਦੰਭੀ ਪਖੰਡੀ ਸਨ, ਉਹਨਾਂ ਨੇ ਕਿਹਾ ਕਿ ਨਹੀਂ ਜੀ, ਜਿੰਨੀ ਮਾਇਆ ਆਵੇਗੀ ਅਸੀਂ 30% ਦੇਵਾਂਗੇ। ਉਹਨਾਂ ਨੇ ਕਿਹਾ ਜੀ 30% ਨਹੀਂ, 40% ਸਾਨੂੰ ਚਾਹੀਦਾ। ਜੇ 40% ਮਾਇਆ ਤੂੰ ਸਾਨੂੰ ਦੇਵੇਗਾ, ਜਿੰਨੀ ਸਾਡੀ ਸੰਗਤ ਨੇ ਪੈਸਾ ਚੜਾਇਆ 40% ਦੇਵੇਗਾ, ਤਾਂ ਮੈਂ ਸੰਗਤਾਂ ਨੂੰ ਤੇਰੇ ਕੋਲ ਲੈ ਕੇ ਆਵਾਂਗਾ, ਨਹੀਂ ਤਾਂ ਕਹਿ ਦੇਵਾਂਗਾ ਜੀ ਇਹ ਝੂਠਾ ਗੁਰੂ ਹੈ, ਮੈਂ ਦੂਜੇ ਕੋਲ ਚੱਲ ਜਾਵਾਂਗਾ, ਤੇ ਦੂਜਾ ਤਾਂ ਮੈਨੂੰ ਇੰਨੇ ਦੇਣ ਦੇ ਲਈ ਤਿਆਰ ਹੈ। ਇਸ ਤਰ੍ਹਾਂ ਸੌਦੇਬਾਜ਼ੀ ਹੋ ਗਈ। ਤੇ ਗੁਰਮੁਖੋ, ਜਿਹੜੇ ਸੱਚੇ ਸੁੱਚੇ ਮਸੰਦ ਸੀ ਗੁਰੂ ਕੇ ਪਿਆਰੇ, ਉਹ ਮਹਾਰਾਜ ਜੀ ਦੇ ਨਾਲ ਜੁੜ ਗਏ। ਲੇਕਿਨ ਜਿਹੜੇ ਲਾਲਚੀ ਸਨ, ਕਿਉਂਕਿ ਉਹਨਾਂ ਨੂੰ ਪਤਾ ਕਿ ਭਾਈ ਇੱਥੇ ਸਾਡੀ ਦੁਕਾਨਦਾਰੀ ਬੰਦ ਹੋ ਜਾਵੇਗੀ,
ਸਤਿਗੁਰੂ ਮਹਾਰਾਜ ਨੇ ਥੋੜੀ ਉਹਨਾਂ ਨੂੰ ਕਮਿਸ਼ਨ ਦੇਣਾ। ਯਾਦ ਰੱਖੋ, ਕਮਿਸ਼ਨ ਝੂਠੇ ਬੰਦੇ ਦਿਆ ਕਰਦੇ। ਉਸ ਵੇਲੇ ਵੀ ਦਾਸ ਨੇ ਬੇਨਤੀ ਕੀਤੀ, ਅੱਜ ਵੀ ਕਈ ਲੋਕਾਂ ਨੇ ਇਹ ਜੋ ਇਹ ਬਣਾ ਲਿਆ, ਧੰਦਾ ਬਣਾ ਲਿਆ, ਇਹਨਾਂ ਚੀਜ਼ਾਂ ਨੂੰ ਬਣਾ ਲੈਣਾ ਅਸਥਾਨ, ਤੇ ਲੋਕਾਂ ਨੂੰ ਕਮਿਸ਼ਨ ਦੇਣਾ ਕਿ ਜੀ ਮੈਂ ਇੰਨਾ ਪੈਸਾ ਦੇਵਾਂਗਾ, ਸੰਗਤਾਂ ਨੂੰ ਮੇਰੇ ਕੋਲ ਲੈ ਕੇ ਆਓ। ਕਈ ਦੰਭੀ ਪਖੰਡੀ ਇਹੋ ਜਿਹੇ ਬਾਬੇ ਹੁੰਦੇ ਹਨ, ਮਾਫ ਕਰਨਾ, ਅਖੌਤੀ ਜਿਹੜੇ ਸੰਤ ਅਖਵਾਉਂਦੇ, ਉਹ ਲੋਕਾਂ ਨੂੰ ਕਮਿਸ਼ਨ ਦਿੰਦੇ ਕਿ ਭਾਈ ਤੂੰ ਪਬਲਿਕ ਨੂੰ, ਸੰਗਤ ਨੂੰ ਮੇਰੇ ਕੋਲ ਲੈ ਕਰਕੇ ਆ, ਤੈਨੂੰ ਇੰਨੀ ਮਾਇਆ ਦੇਵਾਂਗਾ। ਲੇਕਿਨ ਸੱਚਾ ਮਨੁੱਖ, ਸੱਚਾ ਮਹਾਂਪੁਰਖ, ਉਹ ਕਦੇ ਕਮਿਸ਼ਨ ਦੀ ਗੱਲ ਥੋੜੀ ਕਰੇਗਾ। ਉਹਨੇ ਕਹਿਣਾ ਤੁਹਾਡੀ ਮਰਜ਼ੀ ਭਾਈ, ਆਣਾ ਆਓ, ਨਹੀਂ ਆਣਾ ਨਾ ਆਓ, ਸਾਡੇ ਨਾਲ ਸਾਡਾ ਤੇ ਤੁਹਾਡਾ ਕੀ ਲੈਣਾ ਦੇਣਾ ਹੈ ਭਾਈ। ਅਸੀਂ ਕਿਉਂ ਕਮਿਸ਼ਨ ਦਈਏ? ਜਿੱਥੇ ਝੂਠ ਵਰਤਦਾ ਉੱਥੇ ਬੰਦੇ ਫਿਰ ਤੇ ਗੰਢ ਤੁੱਪ ਕਰਦੇ, ਪੈਸਾ ਆਦਿਕ ਦਿੰਦੇ। ਸੱਚਾ ਬੰਦਾ ਕਹਿੰਦਾ ਤੁਹਾਡੀ ਮਰਜ਼ੀ ਭਾਈ, ਤੁਹਾਡੀ ਖੁਸ਼ੀ ਹੈ, ਆਣਾ ਆਓ, ਨਹੀਂ ਆਣਾ ਨਾ ਆਓ। ਗੁਰੂ ਘਰ ਵੀ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਹੈ। ਇੱਥੇ ਆਪਾਂ ਕਿਹਨੂੰ ਸੱਦਦੇ ਨਹੀਂ, ਜਿਹੜਾ ਕੋਈ ਆਇਆ ਨਾ ਉਹਨੂੰ ਧੱਕੇ ਵੀ ਨਹੀਂ ਮਾਰਿਆ ਜਾਂਦਾ। ਆਪਾਂ ਕਹਿੰਦੇ ਇਹ ਤੁਹਾਡੀ ਮਰਜ਼ੀ ਹੈ ਭਾਈ, ਤੁਹਾਡੀ ਖੁਸ਼ੀ ਹੈ, ਆਤਮਿਕ ਕਲਿਆਣ ਕਰਨੀ ਚਾਹੀਦੀ। ਜੇ ਕੁਛ ਲਾਹਾ ਲੈਣਾ ਚਾਹੁੰਦੇ ਹੋ ਤਾਂ ਗੁਰੂ ਘਰ ਦੇ ਵਿੱਚ ਆਓ, ਬੂਹੇ ਸਦਾ ਖੁੱਲੇ ਹਨ। ਜੇ ਲਾਹਾ ਨਹੀਂ ਲੈਣਾ, ਇਹ ਤੁਹਾਡੀ ਮਰਜ਼ੀ ਹੈ। ਮਹਿਮਾਨੀ ਮਹਿਮਾ ਅਗਿਆਨੀ, ਇਹ ਜਿਹੜੇ ਹਨ ਅਗਿਆਨੀ ਲੋਕ, ਜਿਹੜੇ ਮਸੰਦ ਜਿਹੜੇ ਸੀ ਨਾ, ਜਿਹੜੇ ਮਾਇਆ ਦੇ ਪ੍ਰੇਮੀ ਸਨ, ਉਹਨਾਂ ਨੇ ਨਹੀਂ ਮੰਨਣਾ ਕੀਤਾ। ਉਹਨਾਂ ਨੇ ਕਹਿ ਦਿੱਤਾ ਨਹੀਂ ਜੀ ਐਵੇਂ ਇਹ ਝੂਠ ਬੋਲਦੇ, ਅਸਲੀ ਗੁਰੂ ਤਾਂ, ਕਿਉਂਕਿ ਪਤਾ ਕਿ ਮਹਾਰਾਜ ਕੋਲ ਜਾਵਾਂਗੇ ਤੇ ਇਹਨਾਂ ਦਾ ਕਮਿਸ਼ਨ ਮਾਰ ਖਾ ਜਾਵੇਗਾ। ਤੇ ਉਹਨਾਂ ਨੇ ਕਹਿ ਦਿੱਤਾ ਜੀ ਇਹ ਧੀਰਮਲ, ਧੀਰਮਲ ਦੇ ਪੱਖੀਆਂ ਨੇ ਕਿਹਾ ਧੀਰਮਲ ਗੁਰੂ ਹੈ। ਦੂਜਿਆਂ ਦੇ ਪੱਖੀਆਂ ਨੇ ਕਹਿ ਦਿੱਤਾ ਉਹ ਹੈ, ਅਸੀਂ ਤੇਗ ਬਹਾਦਰ ਜੀ ਨੂੰ ਗੁਰੂ ਨਹੀਂ ਮੰਨਦੇ ਹਾਂ। ਯਾਤੇ ਦੇਸ਼ ਵਿਦੇਸ਼ਨ ਸੰਗਤ, ਇਸ ਕਰਕੇ ਗੁਰਮੁਖ ਦੇਸ਼ਾਂ ਵਿਦੇਸ਼ਾਂ ਦੀ ਜਿਹੜੀ ਸੰਗਤ ਹੈ, ਨਹੀਂ ਨਾ ਗੁਰੂ ਪ੍ਰੇਮ ਕੀ ਰੰਗਤ, ਕਿਉਂਕਿ ਉਸ ਵੇਲੇ ਸੰਗਤਾਂ ਦੇ ਉੱਤੇ ਪੂਰਾ ਕੰਟਰੋਲ ਮਸੰਦਾਂ ਦਾ ਸੀ। ਪੂਰਾ ਕੰਟਰੋਲ ਸੰਗਤਾਂ ਦਾ ਮਸੰਦਾਂ ਦਾ ਸੀ। ਮਸੰਦ ਸੰਗਤਾਂ ਨੂੰ ਕੰਟਰੋਲ ਕਰਦੇ ਸਨ, ਮਸੰਦੀ ਸੰਗਤਾਂ ਨੂੰ ਲੈ ਕਰਕੇ ਆਉਂਦੇ। ਇਸ ਕਰਕੇ ਮਸੰਦਾਂ ਨੂੰ ਇੰਨਾ ਅਹੰਕਾਰ ਚੜ ਗਿਆ ਤੇ ਉਹਨਾਂ ਨੇ ਕਿਹਾ ਨਾ, ਜੇ ਭਾਈ ਅਸੀਂ ਆਪਣਾ ਚਾਦਰਾ ਝੜਕਦੇ ਹਾਂ ਉਹਦੇ ਵਿੱਚੋਂ ਵੀ ਅਸੀਂ ਗੁਰੂ ਪ੍ਰਗਟ ਕਰ ਸਕਦੇ ਹਾਂ। ਇੰਨਾ ਅਹੰਕਾਰ ਵੱਧ ਗਿਆ। ਗੁਰੂ ਮਹਾਰਾਜ ਜੀ ਨੇ ਖਾਲਸਾ ਜੀ ਦੀ ਸਥਾਪਨਾ ਕੀਤੀ, ਪੰਥ ਦੀ ਸਥਾਪਨਾ ਕੀਤੀ। ਖਾਲਸੇ ਦਾ ਮਤਲਬ ਹੁੰਦਾ ਜਿਹਦਾ ਸੰਬੰਧ ਸਿੱਧਾ ਡਾਇਰੈਕਟ ਬਾਦਸ਼ਾਹ ਦੇ ਨਾਲ ਹੋਵੇ, ਕੇਂਦਰ ਸਰਕਾਰ ਦੇ ਨਾਲ ਜਿਨ੍ਹਾਂ ਦਾ ਸਿੱਧਾ ਸੰਬੰਧ ਹੋਵੇ, ਉਹਨੂੰ ਖਾਲਸਾ ਬੋਲਦੇ ਹਨ। ਜਿਸ ਤਰ੍ਹਾਂ ਕਿ ਆਪਾਂ ਵੇਖਦੇ ਨਾ, ਆਪਾਂ ਹਿੰਦੁਸਤਾਨ ਦੀ ਸਰਜ਼ਮੀਨ ਦੇ ਵਿੱਚ ਰਹਿੰਦੇ ਆ, ਸਟੇਟ ਵੱਖਰਾ, ਜਿਸ ਤਰ੍ਹਾਂ ਪੰਜਾਬ ਵੱਖਰਾ ਸਟੇਟ ਹੈ, ਮਹਾਰਾਸ਼ਟਰ ਵੱਖਰਾ ਸਟੇਟ ਹੈ, ਹਰਿਆਣਾ ਵੱਖਰਾ ਸਟੇਟ ਹੈ। ਸਟੇਟ ਦੀ ਵੀ ਜਿਹੜੀ ਸਰਕਾਰ ਹੁੰਦੀ ਹੈ, ਉਹਨਾਂ ਦਾ ਵੀ ਕਾਇਦਾ ਕਾਨੂੰਨ ਹੁੰਦਾ। ਲੇਕਿਨ ਜਦੋਂ ਸੁਪਰੀਮ ਕੋਰਟ ਦਾ ਆਰਡਰ ਆ ਜਾਂਦਾ, ਜਦੋਂ ਕੇਂਦਰ ਸਰਕਾਰ ਦਾ ਆਰਡਰ ਆ ਜਾਂਦਾ ਤੇ ਸਾਰੇ ਸਟੇਟਾਂ ਨੂੰ ਮੰਨਣਾ ਪੈਂਦਾ। ਫਿਰ ਸਾਰੇ ਉਹਦੇ ਨਾਲ, ਉਹਦੇ ਫਿਰ ਉਹ ਇਹਦੇ ਵਿੱਚ ਹੁੰਦੇ, ਹੱਕ ਦੇ ਵਿੱਚ ਹੁੰਦੇ। ਮਹਾਰਾਜ ਜੀ ਨੇ ਫਿਰ ਇਹ ਮਸੰਦਾਂ ਦੀ ਪ੍ਰਥਾ ਨੂੰ ਬੰਦ ਕਰ ਦਿੱਤਾ ਤੇ ਕਿਹਾ ਕਿ ਗੁਰੂ ਕਾ ਖਾਲਸਾ ਜਿਹੜਾ ਸਾਡਾ ਹੈ, ਇਹਨਾਂ ਦਾ ਵਾਸਤਾ ਸਾਡੇ ਨਾਲ ਹੈ। ਫਿਰ ਮਹਾਰਾਜ ਨੇ ਰੋਕ ਲਾ ਦਿੱਤੀ ਕਿ ਕੋਈ ਵੀ ਮਸੰਦ ਨੂੰ ਨਾਲ ਲੈ ਕੇ ਨਾ ਆਵੇ, ਸਿੱਧੀ ਸੰਗਤ ਜਿਹੜੀ ਹੈ ਡਾਇਰੈਕਟ ਸਾਡੇ ਕੋਲ ਆਵੇ। ਸਕਲ ਮਸੰਦਨ ਦਿਸ਼ਾ ਨਿਹਾਰ, ਸਤਿਗੁਰੂ ਮਹਾਰਾਜ ਜੀ ਨੇ ਮਸੰਦਾਂ ਦੇ ਕੋਲ, ਉਹਨਾਂ ਦੇ ਵੱਲ ਜਦੋਂ ਵੇਖਣਾ ਕੀਤਾ, ਜਿਸ ਦਿਸ਼ ਹੋਏ ਇਹ ਸੁਜਸ ਉਚਾਰ, ਕਿਉਂਕਿ ਫਿਰ ਇਹ ਮਸੰਦ ਜਿਹੜੇ, ਇਹਨਾਂ ਦਾ ਪੂਰਾ ਕੰਟਰੋਲ ਹੋ ਗਿਆ ਸੀ ਸੰਗਤਾਂ ਦੇ ਉੱਤੇ। ਤੇ ਮਸੰਦ ਕੀ ਕਰਦੇ ਸਨ, ਜਿਹੜਾ ਉਹਨਾਂ ਦਾ ਪੱਖੀ ਸੀ, ਜਿੱਥੋਂ ਇਹਨਾਂ ਨੂੰ ਮਾਇਆ ਕਮਿਸ਼ਨ ਪ੍ਰਾਪਤ ਹੁੰਦਾ, ਸਿੱਧੀ ਜੀ ਗੱਲ ਹੈ, ਲਾਜ਼ਮੀ ਜੀ ਗੱਲ ਹੈ, ਉਹਨਾਂ ਨੇ ਉਹਦਾ ਜਸ ਕਰਨਾ। ਸੋ ਗੁਰੂ ਹੋਵਤ ਹਮ ਤਿਹ ਮਾਨੈ, ਸੰਗਤਾਂ ਨੇ ਵੀ ਕਹਿ ਦਿੱਤਾ ਕਿ ਭਾਈ ਅਸੀਂ ਗੁਰੂ ਨੂੰ ਥੋੜੀ ਜਾਣਦੇ ਹਾਂ, ਗੁਰੂ ਸਾਹਿਬ ਜੀ ਦਾ ਤੇ ਸਾਡਾ ਕੋਈ ਸਿੱਧਾ ਸੰਬੰਧ ਨਹੀਂ ਹੈ। ਅਸੀਂ ਮਸੰਦਾਂ ਦੇ ਕੋਲ ਜਾਂਦੇ ਹਾਂ, ਉਹਨਾਂ ਦੇ ਨਾਲ ਜੁੜੇ ਹੋਏ, ਤੇ ਉਹ ਮਸੰਦ ਜਿਹਦੇ ਕੋਲ ਸਾਨੂੰ ਲੈ ਕੇ ਚੱਲ ਜਾਵੇ, ਅਸੀਂ ਉਹਨੂੰ ਗੁਰੂ ਮੰਨਣਾ ਹੈ। ਕਿਉਂਕਿ ਗੁਰਮੁਖੋ ਯਾਦ ਰੱਖੋ, ਇਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਅੱਜ ਵੀ ਦੇਖੋ, ਆਪਾਂ ਬਹੁਤਾਤ ਦੇ ਵਿੱਚ ਵੇਖਦੇ ਹਾਂ, ਕਈ ਵਾਰੀ ਕਈ ਜਿਹੜੇ ਗਲਤ ਲੋਕ ਸਹੀ ਥਾਵਾਂ ਤੇ ਬੈਠ ਜਾਂਦੇ, ਚੰਗੇ ਅਸਥਾਨਾਂ ਤੇ ਬੈਠ ਜਾਂਦੇ। ਕਈ ਵਾਰੀ ਸੰਗਤ ਉਹ ਕਹਿੰਦੀ ਵੀ ਹੈ ਕਿ ਭਾਈ ਇਹ ਬੰਦਾ ਠੀਕ ਨਹੀਂ ਹੈ, ਸਾਰੇ ਉਹਦਾ ਇਤਰਾਜ਼ ਕਰਦੇ, ਸਾਰੇ ਉਹਦਾ ਖਿਲਾਫਤ ਕਰਦੇ।
ਫਿਰ ਵੀ ਅਖੀਰ ਨੂੰ ਇਹੀ ਕਿਹਾ ਜਾਂਦਾ ਕਿ ਚਲੋ ਜੀ ਜੋ ਮਰਜ਼ੀ ਹੋਵੇ, ਇਹੀ ਬੈਠਿਆ ਹੋਇਆ, ਇਹਦੇ ਅੱਗੇ ਆਪਾਂ ਥੋੜ੍ਹੀ ਜਾ ਸਕਦੇ ਹਾਂ। ਇਹੋ ਜਿਹੀ ਗੱਲ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਤੇ ਸਾਰਾ ਕੰਟਰੋਲ ਮਸੰਦਾਂ ਦੇ ਹੱਥ ਵਿੱਚ ਸੀ ਤੇ ਸੰਗਤਾਂ ਨੂੰ ਪਤਾ ਸੀ ਕਿ ਬੇਈਮਾਨ ਬੰਦੇ ਹਨ, ਲੁੱਚੇ ਲਫੰਗੇ ਹਨ। ਫਿਰ ਵੀ ਹੁਣ ਕੋਈ ਚਾਰਾ ਨਹੀਂ ਚੱਲ ਰਿਹਾ। ਜ਼ਬਰਦਸਤੀ ਵੇਖਦਿਆਂ ਹੋਇਆਂ ਵੀ ਇਹ ਬੇਈਮਾਨ ਗੰਦੇ ਬੰਦੇ, ਫਿਰ ਵੀ ਕਿਉਂਕਿ ਜੋ ਪ੍ਰਥਾ ਇੱਕ ਵਾਰੀ ਸ਼ੁਰੂ ਹੋ ਗਈ ਉਹਨੂੰ ਤੋੜਨਾ ਬੜਾ ਔਖਾ ਹੁੰਦਾ ਹੈ। ਫਿਰ ਸੰਗਤ ਵੀ ਕਹਿੰਦੀ ਕਿ ਚਲੋ ਜੀ ਸਾਨੂੰ ਕੀ ਲੈਣਾ ਦੇਣਾ ਹੈ, ਜੋ ਸਾਡਾ ਮਸੰਦ ਬੋਲੇਗਾ ਅਸੀਂ ਉਹਦੇ ਕੋਲ ਜਾਵਾਂਗੇ। ਅਰਪਨ ਸਰਬ ਉਪਾਇਨ ਠਾਨ। ਉਹਨਾਂ ਨੇ ਫਿਰ ਕੀ ਕੀਤਾ ਕਿ ਆਪਣੀ ਭੇਟਾ ਮਸੰਦਾਂ ਨੂੰ ਅਰਪਣ ਕਰਦੇ ਤੇ ਮਸੰਦ ਉਹ ਭੇਟਾ ਲੈ ਕਰਕੇ ਉਹਨਾਂ ਦੇ ਜਿਹੜੇ ਹਨ ਬਣਾਏ ਹੋਏ ਗੁਰੂ ਉਹਨਾਂ ਦੇ ਕੋਲ ਜਾਂਦੇ ਹਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨੀ ਕੋਈ ਵੀ ਮਸੰਦ ਨਹੀਂ ਲੱਗਿਆ। ਰਾਮ ਬਕਾਲੇ ਕੇ ਚਹੁ ਫੇਰੇ। ਇਸ ਤਰ੍ਹਾਂ ਬਕਾਲਾ ਨਗਰ ਜਿਹੜਾ ਉਹਦੇ ਚੌਗਿਰਦੇ ਜਹ ਕਹਿ ਪਰੇ ਸੰਗਤਾਂ ਡੇਰੇ। ਉੱਥੇ ਸਾਧ ਸੰਗਤ ਜੀ ਸੰਗਤਾਂ ਦੇ ਡੇਰੇ ਲੱਗ ਗਏ ਹਨ। 22 ਮੰਜੀਦਾਰ ਆ ਕਰਕੇ ਉਹਨਾਂ ਨੇ ਗੁਰਤਾ ਗੱਦੀ ਦਾ ਦਾਵਾ ਕਰ ਦਿੱਤਾ। ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਹਾਲੇ ਹੀ ਹੁਣੇ ਦੇਖੋ ਸਾਧ ਸੰਗਤ ਜੀ ਦਸ਼ਹਿਰੇ ਦਾ ਮਹੱਲਾ ਗੁਰੂ ਕੇ ਖਾਲਸੇ ਨੇ ਆਪਾਂ ਨੇ ਖੇਡਣਾ ਕੀਤਾ। ਕਿਸ ਤਰ੍ਹਾਂ ਨਿਹੰਗ ਸਿੰਘ ਮਹਾਂਪੁਰਖ ਜਥੇਬੰਦੀਆਂ ਦੇ ਵਿੱਚ ਜੋ ਸੀਨਾ ਬਸੀਨਾ ਚਲੇ ਆਉਂਦੇ ਹਨ, ਕਿਸ ਤਰ੍ਹਾਂ ਮਹਾਂਪੁਰਖਾਂ ਦੇ ਦਲ ਬਲ ਆਏ, ਉਹਨਾਂ ਦੀਆਂ ਛਾਉਣੀਆਂ ਲੱਗ ਗਈਆਂ। ਜਦੋਂ ਆਪਾਂ ਜਾਂਦੇ ਨਾ ਖਾਸ ਕਰਕੇ ਲੰਗਰ ਸਾਹਿਬ ਤੋਂ ਲੈ ਕਰਕੇ ਤੇ ਗੁਰਦੁਆਰਾ ਬੰਦਾ ਘਾਟ ਦੇ ਵਿਚਕਾਰ ਸਾਰੇ ਮਹਾਂਪੁਰਖਾਂ ਦੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਲੱਗ ਜਾਂਦੀਆਂ। ਜਦੋਂ ਆਪਾਂ ਵੇਖਦੇ ਹਾਂ ਤੇ ਆਪਾਂ ਪੁੱਛਦੇ ਹਾਂ ਜੀ ਇਹ ਕਿਹਨਾਂ ਦੀ ਛਾਉਣੀ ਹੈ, ਤੇ ਕਹਿਣ ਵਾਲਾ ਕਹਿੰਦਾ ਜੀ ਇਹ ਤਰਨਾ ਦਲ ਵਾਲੇ ਮਹਾਂਪੁਰਖਾਂ ਦੀ ਛਾਉਣੀ ਹੈ, ਇਹ ਮੜੀਆਂਵਾਲ ਵਾਲੇ ਮਹਾਂਪੁਰਖਾਂ ਦੀ ਛਾਉਣੀ ਹੈ, ਇਹ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਜਿਹੜੀ ਅੰਸ਼ ਬੰਸ ਦੇ ਵਿੱਚੋਂ ਮਹਾਂਪੁਰਖ ਉਹਨਾਂ ਦੀ ਛਾਉਣੀ ਹੈ, ਇਹ ਜੀ ਫਲਾਣੇ ਦਲ ਪੰਥ ਦੀ ਛਾਉਣੀ ਹੈ। ਇਸ ਤਰ੍ਹਾਂ ਹੀ ਛਾਉਣੀਆਂ ਵੱਖਰੀਆਂ ਵੱਖਰੀਆਂ ਲੱਗ ਜਾਂਦੀਆਂ। ਇਸ ਤਰ੍ਹਾਂ ਹੀ ਬਕਾਲਾ ਸਾਹਿਬ ਦੇ ਇਰਦ ਗਿਰਦ ਇਹਨਾਂ ਨੇ 22 ਛਾਉਣੀਆਂ ਲਾ ਦਿੱਤੀਆਂ। 22 ਇਹ ਅਖੌਤੀ ਗੁਰੂ ਬਣ ਕੇ ਬੈਠੇ ਹਨ। ਜੋ ਜੋ ਜਿਸ ਜਿਸ ਦੇਸ ਮਸੰਦ। ਤੇ ਜਿਹੜਾ ਮਸੰਦ ਜਿਹੜਾ ਹੈ ਜਿਹੜੇ ਇਲਾਕੇ ਦੇ ਵਿੱਚ ਰਹਿਣ ਵਾਲਾ ਸੰਗਤ ਤਹ ਤਹ ਤਿਸੈ ਮਿਲੰਦ। ਤੇ ਸੰਗਤ ਜਿਹੜੀ ਹੈ ਉਹ ਆਪਣੇ ਇਲਾਕੇ ਵਾਲਾ ਮਸੰਦ ਜਿਹੜਾ ਉਹਦੇ ਕੋਲ ਜਾਂਦੀ ਹੈ, ਕਿਉਂਕਿ ਇਲਾਕੇ ਦੇ ਵਿੱਚ ਮਸੰਦਾਂ ਨੂੰ ਨਿਯੁਕਤ ਕਰਨਾ ਕੀਤਾ। ਇਲਾਕੇ ਦੀ ਸੰਗਤ ਆਪਣੇ ਮਸੰਦ ਕੋਲ ਜਾਂਦੀ। ਪਰਖ ਹੈ ਗੁਰੂ ਨਮਿਤ ਸਭ ਮਾਹੀ। ਤੇ ਫਿਰ ਸਾਰੇ ਨਾ ਗੁਰੂ ਦੀ ਪਰਖ ਨਾ ਕਰਦੇ ਹਨ। ਮਤ ਭੁਲੇ ਭਟਕਾ ਖਾਈ। ਬੇਸ਼ੱਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਇਹਨਾਂ ਗੁਰਮੁਖਾਂ ਨੇ ਪ੍ਰਗਟ ਵੀ ਕਰਨਾ ਕੀਤਾ ਹੈ, ਲੇਕਿਨ ਮਸੰਦਾਂ ਦਾ ਸਾਧ ਸੰਗਤ ਜੀ ਇੰਨਾ ਜ਼ੋਰ ਚੱਲ ਗਿਆ ਗੁਰੂ ਮਹਾਰਾਜ ਨੂੰ ਫਿਰ ਤੋਂ ਉਹਨਾਂ ਨੇ ਫਿਰ ਅਲੋਪ ਕਰ ਦਿੱਤਾ, ਵਡਿਆਈ ਪ੍ਰਗਟ ਨਹੀਂ ਹੋਣ ਦਿੱਤੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਗੁਰਮੁਖੋ ਇਹ ਨਜ਼ਾਰਾ ਤੁਸਾਂ ਨੇ ਵੀ ਵੇਖਿਆ ਹੋਵੇਗਾ, ਜਦੋਂ ਦਿਨ ਵਿੱਚ ਸੂਰਜ ਚੜ੍ਹਦਾ ਨਾ, ਬੇਸ਼ੱਕ ਸੂਰਜ ਚੜ੍ਹਨ ਦੇ ਨਾਲ ਸਾਰਾ ਬ੍ਰਹਿਮੰਡ ਪ੍ਰਕਾਸ਼ਮਾਨ ਹੋ ਜਾਂਦਾ, ਲੇਕਿਨ ਕਈ ਵਾਰੀ ਬੱਦਲ ਜੇ ਕਾੜੇ ਬੋੜੇ ਬੱਦਲ ਚੱਲ ਜਾਣ ਤੇ ਦੁਪਹਿਰੀ ਦਾ ਸੂਰਜ ਵੀ ਜਿਹੜਾ ਹੈ, ਬੱਦਲ ਜਿਹੜੇ ਹਨ ਉਹ ਸੂਰਜ ਨੂੰ ਢੱਕ ਕਰਕੇ ਰੱਖ ਦਿੰਦੇ ਹਨ। ਸੂਰਜ ਦੀਆਂ ਕਿਰਨਾਂ ਜਿਹੜੀਆਂ ਧਰਤੀ ਤੇ ਨਹੀਂ ਆਉਂਦੀਆਂ। ਇਸ ਤਰ੍ਹਾਂ ਹੀ ਹੁੰਦਾ, ਲੇਕਿਨ ਇਹ ਜ਼ਿਆਦਾ ਸਮਾਂ ਨਹੀਂ ਹੁੰਦਾ ਹੈ। ਇਸ ਤਰ੍ਹਾਂ ਹੀ ਇਹ ਜਿਹੜੇ ਹਨ ਦੰਭੀ ਪਖੰਡੀਆਂ ਨੇ, ਇਹਨਾਂ ਦਾ ਪ੍ਰਭਾਵ ਜੰਮ ਗਿਆ। ਪ੍ਰਗਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹਨਾਂ ਨੇ ਫਿਰ ਤੋਂ ਦਬਾ ਦਿੱਤਾ। ਮਹਾਰਾਜ ਜੀ ਦੀ ਵਡਿਆਈ ਇਹਨਾਂ ਨੇ ਪ੍ਰਗਟ ਨਹੀਂ ਹੋਣ ਦਿੱਤੀ। ਤਕ ਦਿਵਸ ਦਵਾਰਕਾ ਦਾਸ। ਭਾਈ ਦਵਾਰਕਾ ਦਾਸ ਜੀ ਕਈ ਕੋ ਦਿਨ ਉੱਥੇ ਰਹੇ। ਬਸ ਪਾਇਓ ਸ੍ਰੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਬਕਾਲਾ ਸਾਹਿਬ ਦੇ ਵਿੱਚ ਉਹਨਾਂ ਨੇ ਨਿਵਾਸ ਕਰਨਾ ਕੀਤਾ। ਬੋਲ ਹੈ ਕਬ ਕਬ ਤਿਸਕੇ ਸਾਥ। ਕਦਾਈ ਕਦਾਈ ਸਤਿਗੁਰੂ ਮਹਾਰਾਜ ਉਹਦੇ ਤਾਈਂ ਬਚਨ ਕਰਦੇ ਹਨ। ਸਾਰ ਅਸਾਰ ਸੁਨਾਵਹਿ ਨਾਥ। ਸਤਿਗੁਰੂ ਮਹਾਰਾਜ ਸਾਰ ਅਤੇ ਅਸਾਰ ਦੀ ਗੱਲ ਕਰਦੇ। ਨਾਹਿ ਤਾਂ ਮੌਨ ਰਹੇ ਗੁਰ ਸਦਾ। ਨਹੀਂ ਤਾਂ ਸਤਿਗੁਰੂ ਮਹਾਰਾਜ ਇਕਾਂਤ ਦੇ ਵਿੱਚ ਮੌਨ ਧਾਰਨ ਕਰਕੇ ਰਹਿੰਦੇ, ਭਾਵ ਕਿ ਉਸ ਵਾਹਿਗੁਰੂ ਦੀ ਭਜਨ ਬੰਦਗੀ ਇਬਾਦਤ ਦੇ ਵਿੱਚ ਹੀ ਰਹਿੰਦੇ ਹਨ। ਲੇਕਿਨ ਗੁਰਮੁਖੋ ਇੱਥੇ ਯਾਦ ਰੱਖੋ, ਭਾਈ ਦਵਾਰਕਾ ਦਾਸ ਨੇ ਤੇ ਔਰ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖਾਂ ਨੇ ਮਹਾਰਾਜ ਨੂੰ ਪ੍ਰਗਟ ਕਰਨਾ ਚਾਹਿਆ, ਲੇਕਿਨ ਸਤਿਗੁਰੂ ਮਹਾਰਾਜ ਜੀ ਆਪ ਪ੍ਰਗਟ ਨਹੀਂ ਹੋਏ। ਸਤਿਗੁਰੂ ਮਹਾਰਾਜ ਨੇ ਕੋਈ ਦਾਵਾ ਨਹੀਂ ਕੀਤਾ, ਉਸ ਤਰ੍ਹਾਂ ਹੀ ਆਪਣੇ ਰੰਗ ਦੇ ਵਿੱਚ ਸਨ। ਪ੍ਰੇਮ ਵਿਰਾਗ ਕਥੈ ਜਦ ਕਦਾ। ਜਦੋਂ ਵੀ ਗੱਲਬਾਤ ਕਰਦੇ ਸਤਿਗੁਰੂ ਮਹਾਰਾਜ ਪ੍ਰੇਮ ਦੀ ਗੱਲ ਕਰਦੇ, ਵਿਰਾਗ ਦੀ ਗੱਲ ਕਰਦੇ,
ਕਦੇ ਇਹ ਨਹੀਂ ਕਹਿੰਦੇ ਜੀ ਮੇਰੇ ਕੋਲ ਕਿੰਨੀਆਂ ਸੰਗਤਾਂ ਆ ਗਈਆਂ, ਕਦੇ ਇਹ ਨਹੀਂ ਪੁੱਛਦੇ ਕਿ ਭਾਈ ਕਿੰਨੀ ਮਾਇਆ ਜਮਾ ਹੋ ਗਈ ਹੈ, ਕਦੇ ਇਹ ਮਸੰਦਾਂ ਨੂੰ ਨਹੀਂ ਕਹਿੰਦੇ ਕਿ ਜਾਓ ਸੰਗਤਾਂ ਨੂੰ ਪ੍ਰੇਰਣਾ ਦੇ ਕਰਕੇ ਮੇਰੇ ਬਲ ਲੈ ਕਰਕੇ ਆਓ, ਉਹਨਾਂ ਨੂੰ ਦੱਸੋ ਕਿ ਅਸਲੀ ਗੁਰੂ ਮੈਂ ਹਾਂ ਕਰਕੇ। ਇਹ ਬਚਨ ਸੰਸਾਰੀ ਕੋਈ ਬਚਨ ਨਹੀਂ ਕਰਦੇ। ਜਦੋਂ ਵੀ ਪਾਤਸ਼ਾਹ ਜੀ ਬਚਨ ਕਰਦੇ, ਜਿਹੜੇ ਸ਼ਰਧਾਲੂ ਸਿੱਖ ਆਉਂਦੇ ਪ੍ਰੇਮ ਦਾ ਬਚਨ ਕਰਦੇ, ਵਿਰਾਗ ਪਰਮਾਤਮਾ ਦੀ ਪ੍ਰਾਪਤੀ ਦਾ ਬਚਨ ਕਰਦੇ ਹਨ। ਬ੍ਰਹਮ ਗਿਆਨ ਕੇ ਤਰਨ ਸੁਹਾਏ, ਸਦਾ ਬ੍ਰਹਮ ਗਿਆਨ ਦਾ ਜਿਹੜਾ ਬਚਨ ਹੁੰਦਾ ਉਹੀ ਬਚਨ ਕਰਦੇ। ਭਗਤ ਕਿਰਨ ਜਿਸ ਪਰ ਜਾਏ, ਜਿਹਦਾ ਜਿਸ ਤਰ੍ਹਾਂ ਕਿ ਭਗਤੀ ਦੀ ਗੱਲ ਕਰਦੇ ਹਨ। ਘਰ ਮਤ ਤਿਮਰ ਕੋ ਤੁਰਤ ਬਿਨਾ ਇੱਥੇ ਕਵੀ ਰਾਜੀ ਨੇ ਦ੍ਰਿਸ਼ਟਾਂਤ ਦਿੱਤਾ, ਜਿਸ ਤਰ੍ਹਾਂ ਸੂਰਜ ਚੜ ਜਾਵੇ ਉਹਦੇ ਵਿੱਚੋਂ ਕਿਰਨਾਂ ਨਿਕਲਦੀਆਂ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਰੂਪੀ ਬ੍ਰਹਮ ਗਿਆਨ ਦਾ ਸੂਰਜ ਚੜ ਗਿਆ, ਇਹਦੇ ਵਿੱਚ ਭਗਤੀ ਦੀਆਂ ਕਿਰਨਾਂ ਨਿਕਲ ਰਹੀਆਂ ਤੇ ਭਰਮ ਦਾ ਹਨੇਰਾ ਜਿਹੜਾ ਖਤਮ ਹੋ ਰਿਹਾ ਹੈ। ਪ੍ਰਭੂ ਕੋ ਪ੍ਰੇਮ ਸੂਰਜ ਦਾ ਪ੍ਰਕਾਸ਼ ਹੈ, ਸਾਰਿਆਂ ਦੇ ਹਿਰਦੇ ਵਿੱਚ ਜਿਸ ਤਰ੍ਹਾਂ ਸੂਰਜ ਦੇ ਨਾਲ ਪ੍ਰਕਾਸ਼ ਹੁੰਦਾ ਹੈ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਪ੍ਰਗਟ ਹੋਣ ਕਰਕੇ ਪ੍ਰੇਮੀ ਗੁਰੂ ਕੇ ਸਿੱਖਾਂ ਦੇ ਮਨ ਦੇ ਵਿੱਚ ਪ੍ਰੇਮ ਦਾ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਸ੍ਰੀ ਗੁਰੂ ਦਰਬ ਬਿੰਦ ਕੋ ਲੈ ਕੇ, ਉਸ ਵੇਲੇ ਬਹੁਤ ਸਾਰੀ ਮਾਇਆ ਲੈ ਕਰਕੇ ਸਰਬ ਦਵਾਰ ਕਾ ਦਾਸ ਹੈ ਦਾਇਕਾ। ਸਤਿਗੁਰੂ ਮਹਾਰਾਜ ਦੇਖੋ ਕਿੰਨੇ ਵਿਰਕਤ ਹਨ ਗੁਰਮੁਖੋ। ਜੋ ਵੀ ਚੜ੍ਹ ਚੜਾਵਾ ਆਇਆ ਨਾ ਪਾਤਸ਼ਾਹ ਜੀ ਨੇ ਉਹ ਸਾਰੀ ਦੀ ਸਾਰੀ ਮਾਇਆ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਭਾਈ ਦਵਾਰਕਾ ਦਾਸ ਨੂੰ ਦੇ ਦਿੱਤੀ ਕਿ ਦਵਾਰਕਾ ਦਾਸ ਜੀ ਆਪ ਦੀ ਲੋਕ ਭਲਾਈ ਦੇ ਲਈ, ਲੰਗਰਾਂ ਦੀ ਸੇਵਾ ਦੇ ਵਿੱਚ ਔਰ ਵੀ ਸੰਗਤਾਂ ਦੀ ਟਹਿਲ ਸੇਵਾ ਦੇ ਵਿੱਚ ਇਹ ਮਾਇਆ ਸਾਡੇ ਵੱਲੋਂ ਆਪ ਜੀ ਲਾ ਦਿਓ। ਸਾਦਰ ਵਿਦਾ ਕਰਿਓ ਘਰ ਗਇਓ, ਫਿਰ ਸਤਿਕਾਰ ਦੇ ਨਾਲ ਮਹਾਰਾਜ ਜੀ ਨੇ ਉਹਨਾਂ ਨੂੰ ਵਿਦਾ ਕਰਨਾ ਕੀਤਾ। ਭਾਈ ਦਵਾਰਕਾ ਦਾਸ ਜੀ ਵਾਪਸ ਗੋਬਿੰਦਵਾਲ ਸਾਹਿਬ ਆ ਗਏ। ਗੜੀਆ ਗੁਰ ਟਿਗ ਰਹਤੋ ਪਾਇਓ, ਭਾਈ ਗੜੀਆ ਜਿਹੜਾ ਮਹਾਰਾਜ ਜੀ ਦੇ ਕੋਲ ਰਹਿ ਪਿਆ। ਹੁਣ ਸ੍ਰੀ ਤੇਗ ਬਹਾਦਰ ਦਿਆਲ, ਉਹ ਤੋਂ ਬਾਅਦ ਦਿਆਲੂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਵਿਧਿ ਕਿਤਕ ਬਿਤਾਇਓ ਕਾਲ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕੁਛ ਕੋ ਸਮਾਂ ਜਦੋਂ ਬਤੀਤ ਕਰਨਾ ਕੀਤਾ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਇਕਾਦਸ਼ਮੀ ਰਾਸੇ, ਸ੍ਰੀ ਤੇਗ ਬਹਾਦਰ ਟੇਗ ਦਵਾਰਕਾ ਦਾਸ ਆਗਮਨ ਪ੍ਰਸੰਗ ਵਰਣਨ ਨਾਮ ਦੁਤਿਓ ਅੰਸ਼ੂ। ਇੱਥੇ ਸਾਧ ਸੰਗਤ ਜੀ ਇਹ 11ਵੀਂ ਰਾਸ ਦਾ ਦੂਜਾ ਅਧਿਆਇ ਸਮਾਪਤ ਹੋਇਆ ਹੈ। ਦੋਹਰਾ ਗੁਰਤਾ ਮਹਿ ਰੌਰਾ ਪਰਿਓ ਠੀਕ ਨਹੀਂ ਠਹਿਰਾਏ। ਇਸ ਤਰ੍ਹਾਂ ਗੁਰਤਾ ਗੱਦੀ ਦਾ ਜਦੋਂ ਰੌਲਾ ਪੈ ਗਿਆ ਕਿ ਕੌਣ ਗੁਰੂ ਹੈ, ਕਈ ਗੁਰੂਆਂ ਨੇ, ਕਈ ਦੰਭੀਆਂ ਪਖੰਡੀਆਂ ਨੇ ਜਦੋਂ ਦਾਵਾ ਕਰਨਾ ਕੀਤਾ, ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਦਾ ਸੰਬੰਧ ਸਿੱਖੀ ਦੇ ਨਾਲ ਹੈ, ਭਾਵਨਾ ਵਾਲਿਆਂ ਨੇ ਵਿਚਾਰ ਕੀਤੀ ਕਿ ਭਾਈ ਇਹ ਪੰਥ ਦੇ ਲਈ ਇਹ ਠੀਕ ਨਹੀਂ ਹੋ ਰਿਹਾ, ਇਹ ਜੋ ਚੱਲ ਰਿਹਾ ਨਾ ਇਹ ਪੰਥ ਦੇ ਲਈ ਠੀਕ ਨਹੀਂ ਹੋ ਰਿਹਾ, ਇਹਦੇ ਨਾਲ ਸਿੱਖੀ ਘਟ ਜਾਵੇਗੀ, ਸਿੱਖੀ ਦਾ ਅਪਜਸ ਹੋਵੇਗਾ। ਇਸ ਤਰ੍ਹਾਂ ਹੀ ਗੁਰਮੁਖੋ ਇੱਕ ਬਚਨ ਚੇਤੇ ਆਇਆ। ਅੱਜ ਵੀ ਕਈ ਵਾਰੀ ਆਪਾਂ ਵੇਖਦੇ ਨਾ ਕਿ ਗੁਰੂ ਘਰਾਂ ਦੇ ਵਿੱਚ ਕਈ ਵਾਰੀ ਲੜਾਈ ਝਗੜਾ ਹੋ ਜਾਂਦਾ। ਅਕਸਰ ਆਪਾਂ ਵੇਖਦੇ ਹਾਂ ਗੁਰੂ ਘਰ ਦੇ ਵਿੱਚ ਕਈ ਵਾਰੀ ਰਾਜਸੀ ਲੜਾਈ, ਕਈ ਵਾਰੀ ਧਾਰਮਿਕ ਕੁਝ ਲੜਾਈ ਹੋ ਜਾਂਦੀ, ਝਗੜਾ ਹੋ ਜਾਂਦਾ ਹੈ। ਛੋਟੀ ਜੀ ਗੱਲ ਹੁੰਦੀ ਹੈ ਲੇਕਿਨ ਉਹ ਗੱਲਾਂ ਦੇ ਪਿੱਛੇ ਤੇ ਮਾਰਨ ਵਾਲਾ ਵੀ ਸਿੱਖ ਤੇ ਮਰਨ ਵਾਲਾ ਵੀ ਸਿੱਖ ਬਣ ਜਾਂਦਾ। ਆਪਸ ਦੇ ਵਿੱਚ ਭਰਾ ਮਾਰੂ ਹਮਲਾ ਹੋ ਜਾਂਦਾ ਹੈ। ਉਹ ਗੁਰੂ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਇੱਕ ਦੂਜਿਆਂ ਦੀਆਂ ਪੱਗਾਂ ਲਾਉਂਦੇ ਹਨ, ਇੱਕ ਦੂਜੇ ਦੇ ਉੱਤੇ ਵਾਰ ਕਰਦੇ ਹਨ, ਝਗੜਾ ਫਸਾਦ ਹੋ ਜਾਂਦਾ ਹੈ। ਤੇ ਅੱਜ ਦਾ ਜ਼ਮਾਨਾ ਸਾਧ ਸੰਗਤ ਜੀ ਮੀਡੀਆ ਦਾ ਯੁੱਗ ਹੈ। ਅੱਜ ਤਾਂ ਹਰ ਕਿਸੇ ਦੇ ਕੋਲ ਮੋਬਾਈਲ ਆਦਿਕ ਆ ਗਿਆ। ਉਹ ਕੀ ਕਰਦੇ, ਕਈ ਇਹੋ ਜਿਹੇ ਸ਼ਰਾਰਤੀ ਅਨਸਰ ਜਦੋਂ ਕੋਈ ਇਹੀ ਮੌਕੇ ਦੀ ਭਾਲ ਦੇ ਵਿੱਚ ਹੁੰਦੇ ਕਿ ਕੋਈ ਗੱਲ ਹੋਵੇ ਆਪਾਂ ਇਹਨਾਂ ਦੀ ਬਦਨਾਮੀ ਕਰੀਏ, ਤੇ ਜਦੋਂ ਇਸ ਤਰ੍ਹਾਂ ਝਗੜਾ ਫਸਾਦ ਆਦਿਕ ਹੋ ਜਾਂਦਾ ਤੁਰੰਤ ਵੀਡੀਓ ਬਣਾ ਕਰਕੇ ਉਹ ਪਬਲਿਕ ਦੇ ਵਿੱਚ ਵਾਇਰਲ ਕਰ ਦਿੰਦੇ ਹਨ। ਹੁਣ ਵੇਖਣ ਵਾਲਾ ਜਿਹੜਾ ਹੈ, ਜਿਹੜੇ ਭਾਵਨਾ ਵਾਲੇ ਗੁਰੂ ਕੇ ਸਿੱਖ, ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਹਦੇ ਵਿੱਚ ਯਾਦ ਰੱਖੋ, ਭਾਵੇਂ ਕੋਈ ਕਮੇਟੀ ਜਿੱਤ ਗਈ ਜਾਂ ਕੋਈ ਹਾਰ ਗਈ, ਕਿਨੇ ਕਿਹਨੂੰ ਮਾਰਿਆ ਜਾਂ ਕਿਨੇ ਕਿਹਦੀ ਮਾਰ ਖਾਧੀ, ਉਹ ਗੱਲ ਵੱਖਰੀ ਹੁੰਦੀ ਹੈ। ਗੱਲ ਇੱਥੇ ਜਿੱਥੇ ਗੁਰੂ ਘਰ ਦੀ ਗੱਲ ਆਉਂਦੀ, ਸਿੱਖਾਂ ਦੀ ਗੱਲ ਆਉਂਦੀ, ਉੱਥੇ ਮਰਨ ਵਾਲਾ ਵੀ ਸਿੱਖ ਤੇ ਮਾਰਨ ਵਾਲਾ ਵੀ ਸਿੱਖ। ਮਹਾਰਾਜ ਜੀ ਦੀ ਹਦੂਦ ਦੇ ਵਿੱਚ ਜਦੋਂ ਝਗੜਾ ਕਰਦੇ ਹਨ ਨਾਸਤਿਕ ਬੰਦੇ, ਫਿਰ ਇਹੀ ਚੀਜ਼ਾਂ ਦਾ ਲੈ ਕਰਕੇ ਬੜਾ ਕੂੜਾ ਪ੍ਰਚਾਰ ਕਰਦੇ।
ਉਹ ਕਹਿੰਦੇ ਜੀ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਪ੍ਰਤੱਖ ਗੁਰੂ ਹਨ, ਮਹਾਰਾਜ ਜੀ ਦੇ ਸਾਹਮਣੇ ਤੁਸੀਂ ਲੜਾਈਆਂ ਕਰ ਰਹੇ ਹੋ, ਝਗੜੇ ਕਰ ਰਹੇ ਹੋ, ਤੁਸੀਂ ਕੀ ਲੋਕਾਂ ਨੂੰ ਸ਼ਾਂਤੀ ਦਾ ਪਾਠ ਪੜਾਓਗੇ? ਖੁਦ ਤੁਸੀਂ ਲੜਾਈਆਂ ਝਗੜੇ ਗੁਰੂ ਘਰ ਦੇ ਉੱਤੇ, ਗੁਰੂ ਘਰ ਦੀਆਂ ਕਮੇਟੀਆਂ ਦੇ ਉੱਤੇ ਤੇ ਪ੍ਰਧਾਨ ਆਦਿਕ ਬਣਨ ਦੇ ਲਈ ਝਗੜਾ ਕਰਦੇ ਹੋ, ਤੇ ਤੁਸੀਂ ਕਹਿੰਦੇ ਕਿ ਗੁਰੂ ਘਰ ਤੋਂ ਸ਼ਾਂਤੀ ਦਾ ਪ੍ਰਚਾਰ ਹੁੰਦਾ, ਤੇ ਆਪਣੇ ਗੁਰੂ ਘਰ ਦੇ ਵਿੱਚ ਤੁਸੀਂ ਲੜਾਈਆਂ ਝਗੜੇ ਕਰ ਰਹੇ ਹੋ, ਸਿੱਖ ਰਹਿ ਕਰਕੇ ਸਿੱਖਾਂ ਦੀਆਂ ਪੱਗਾਂ ਲਾ ਰਹੇ ਹੋ। ਇਹਦੇ ਨਾਲ ਗੁਰਮੁਖੋ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਇਸ ਕਰਕੇ ਚਾਹੀਦਾ ਕਿ ਇਸ ਤਰ੍ਹਾਂ ਦੇ ਜਿਹੜੇ ਕਦੇ ਕੁਛ ਭਾਣੇ ਵਰਤ ਜਾਣ ਉਹਨਾਂ ਨੂੰ ਟਾਲ ਦੇਣਾ ਚਾਹੀਦਾ। ਸਮਝਦਾਰ ਲੋਕਾਂ ਨੂੰ ਵੀ ਚਾਹੀਦਾ ਜੇ ਝਗੜਾ ਕਰਨਾ ਬਾਰ-ਬਾਰ ਜਾ ਕਰਕੇ ਜੋ ਮਰਜ਼ੀ ਝਗੜਾ ਕਰਨਾ ਭਈ ਤੁਹਾਡੀ ਮਰਜ਼ੀ, ਗੁਰੂ ਘਰ ਦੇ ਵਿੱਚ ਸਿੱਖ ਰਹਿ ਕਰਕੇ ਸਿੱਖ ਦੀ ਪੱਗ ਦੇ ਉੱਤੇ ਕੋਈ ਹੱਥ ਪਾਉਂਦਾ, ਸਿੱਖ ਦੀ ਪੱਤ ਲਾਉਂਦਾ, ਆਪਸ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਨਾਮ ਲੈ ਕਰਕੇ ਝਗੜਾ ਕਰਦੇ ਆ, ਸੱਚ ਜਾਣੋ ਗੁਰਮੁਖੋ ਮਾਫ ਕਰਨਾ ਕਰੋ, ਇਹਦੇ ਵਿੱਚ ਸਿੱਖੀ ਦਾ ਵਿਕਾਸ ਨਹੀਂ ਹੁੰਦਾ। ਇਹਦੇ ਨਾਲ ਸਿੱਖੀ ਦੇ ਉੱਤੇ ਲਾਛਣ ਲੱਗ ਜਾਂਦਾ। ਕਹਿਣ ਵਾਲੇ ਫਿਰ ਦੋਸ਼ ਸਿੱਖੀ ਨੂੰ ਦਿੰਦੇ, ਕਹਿੰਦੇ ਕਿ ਚੰਗੇ ਤੁਹਾਡੇ ਸਿੱਖ ਆ, ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਲੜਾਈ ਝਗੜਾ ਕਰ ਰਹੇ, ਤੁਸੀਂ ਕੀ ਲੋਕਾਂ ਨੂੰ ਸ਼ਾਂਤੀ ਦਾ ਪਾਠ ਪੜਾਓਗੇ, ਖੁਦ ਮਾਇਆ ਦੇ ਲਈ ਝਗੜਾ ਕਰ ਰਹੇ ਹੋ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਉਹਨਾਂ ਸਮੇਂ ਦੇ ਵਿੱਚ ਦੌਰ ਵਰਤ ਗਿਆ ਸੀ, ਤੇ ਇਹ ਜਦੋਂ ਰੌਲਾ ਪੈ ਗਿਆ ਭਾਵਨਾ ਵਾਲੇ ਸਿੱਖਾਂ ਨੇ ਵੇਖਿਆ ਕਿ ਇਹ ਗੱਲ ਚੰਗੀ ਨਹੀਂ ਹੋ ਰਹੀ ਹੈ ਭਾਈ, ਇਹਦੇ ਨਾਲ ਸਿੱਖੀ ਦਾ ਬੜਾ ਨੁਕਸਾਨ ਹੋ ਰਿਹਾ। ਤੇ ਕੋਈ ਚਲੋ ਇੱਕ ਦੋ ਦਾਅਵੇਦਾਰ ਹੋਵੇ ਤਾਂ ਗੱਲ ਵੱਖਰੀ ਹੈ, 22 ਲੋਕਾਂ ਨੇ ਗੁਰਤਾ ਗੱਦੀ ਦੇ ਉੱਤੇ ਦਾਅਵਾ ਕਰ ਦਿੱਤਾ ਤੇ ਕਹਿਣ ਵਾਲਿਆਂ ਨੇ ਕਟਾਕਸ਼ ਕਰ ਦਿੱਤਾ ਕਿ ਭਾਈ ਇਹ ਤੋਂ ਪਹਿਲੇ ਤਾਂ ਇੱਕ ਗੁਰੂ ਹੁੰਦਾ ਸੀ, ਅੱਜ ਸਿੱਖਾਂ ਦੇ 22 ਗੁਰੂ ਬਣ ਕੇ ਬੈਠ ਗਏ। ਸਕਲ ਸਿੱਖ ਸੰਗਤ ਹਿਰਦੈ ਚਹਤ ਗੁਰੂ ਵਿਦਤਾਏ। ਜਿਹੜੇ ਭਾਵਨਾ ਵਾਲੇ ਗੁਰੂ ਕੇ ਸਿੱਖ ਜੋ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਹੋਏ, ਉਹਨਾਂ ਦੀ ਮਨ ਦੀ ਭਾਵਨਾ ਸੀ ਕਿ ਮਨਾ ਕੋਈ ਅਰਦਾਸਾਂ ਬੇਨਤੀਆਂ ਕਰ ਰਹੇ ਕਿ ਮਹਾਰਾਜ ਕੋਈ ਇਹੋ ਜਿਹਾ ਭਾਣਾ ਵਰਤਾਓ, ਕੋਈ ਇਹੋ ਜਿਹੀ ਖੇਡ ਵਰਤਾਓ ਜਿਸ ਕਰਕੇ ਪੂਰਾ ਗੁਰੂ ਸੱਚਾ ਗੁਰੂ ਜਿਹੜਾ ਉਹ ਪ੍ਰਗਟ ਹੋ ਜਾਵੇ। ਜਦੋਂ ਸੱਚਾ ਪ੍ਰਗਟ ਹੋ ਗਿਆ ਅਧੂਰੇ ਖੁਦ ਬਾ ਖੁਦ ਛੁਪ ਜਾਣਗੇ। ਉਹਨਾਂ ਨੇ ਬੜੇ ਯਤਨ ਕਰਨੇ ਕੀਤੇ ਕਿ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਕਰਕੇ ਆਪਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਪ੍ਰਗਟ ਕਰਨਾ ਕਰੀਏ। ਭਾਈ ਮੱਖਣ ਸ਼ਾਹ ਏਕ ਸਿੱਖ ਪਹਾਰਾ। ਇਥੋਂ ਸਾਧ ਸੰਗਤ ਜੀ ਪ੍ਰਕਰਨ ਜਿਹੜਾ ਹੈ ਕਥਾ ਦਾ ਉਹ ਬਦਲ ਰਿਹਾ ਹੈ। ਹੁਣ ਤੱਕ ਤਾਂ ਮਹਾਰਾਜ ਜੀ ਦੇ ਦਰਬਾਰ ਦੀ ਕਥਾ ਚੱਲ ਰਹੀ ਹੈ, ਅੱਗੇ ਫਿਰ ਭਾਈ ਮੱਖਣ ਸ਼ਾਹ ਦਾ ਸੰਬੰਧ ਗੁਰੂ ਘਰ ਦੇ ਨਾਲ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕੋਲ ਆਇਆ ਉਹ ਕਥਾ ਬਾਅਦ ਵਿੱਚ ਆਵੇਗੀ। ਇਹ ਭਾਈ ਮੱਖਣ ਸ਼ਾਹ ਦੀ ਮੁੱਢਲੀ ਕਥਾ ਹੈ ਕਿ ਇਹਨੂੰ ਜੋ ਬਿਪਤਾ ਪਈ, ਕਿਸ ਤਰ੍ਹਾਂ ਇਹਨੇ ਅਰਦਾਸ ਬੇਨਤੀ, ਉਹ ਕਵੀ ਰਾਜ ਜੀ ਨੇ ਇੱਥੇ ਦਰਜ ਕਰਨਾ ਕੀਤਾ। ਕਵੀ ਰਾਜ ਜੀ ਕਹਿੰਦੇ ਕਿ ਮੱਖਣ ਸ਼ਾਹ ਇਹ ਇੱਕ ਬਹੁਤ ਭਾਰੀ ਸਿੱਖ ਸੀ। ਇਹ ਸਾਧ ਸੰਗਤ ਜੀ ਮੱਖਣ ਸ਼ਾਹ ਜਿਹੜਾ ਨਾ ਗੁਰਮੁਖੋ ਯਾਦ ਰੱਖੋ, ਇਹ ਮੱਖਣ ਸ਼ਾਹ ਵਣਜਾਰਿਆਂ ਦੇ ਵਿੱਚੋਂ ਲੁਬਾਣਿਆਂ ਦੇ ਵਿੱਚੋਂ ਸੀ। ਭਾਈ ਲੱਖੀ ਸ਼ਾਹ ਲੁਬਾਣਾ, ਭਾਈ ਮੱਖਣ ਸ਼ਾਹ ਜਿਹੜਾ ਇਹ ਵਣਜਾਰਿਆਂ ਦੇ ਵਿੱਚੋਂ, ਇਹ ਵਣਜਾਰਿਆਂ ਦੇ ਵਿੱਚ ਵਣਜਾਰਾ ਲੁਬਾਣਾ ਆਦਿਕ ਇਹਨਾਂ ਦੀਆਂ ਜਾਤੀਆਂ ਉਪ ਜਾਤੀਆਂ ਹੁੰਦੀਆਂ। ਤੇ ਇਹ ਮੱਖਣ ਸ਼ਾਹ ਇੰਨਾ ਵੱਡਾ ਧਨਾੜ ਸੀ ਜਿਸ ਤਰ੍ਹਾਂ ਕਿ ਤੇ ਜਿਸ ਤਰ੍ਹਾਂ ਦਾਸ ਨੂੰ ਨਾਮ ਲੈਣੇ ਪੈਣਗੇ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਕਹਿੰਦੇ ਨਾ ਜੀ ਇਹ ਸਭ ਤੋਂ ਵੱਡਾ ਅਰਬਪਤੀ ਹੈ, ਇਹ ਹਿੰਦੁਸਤਾਨ ਦਾ ਸਭ ਤੋਂ ਵੱਡਾ ਮਾਇਆਧਾਰੀ ਜਿਹੜਾ ਹੈ, ਇਹ ਅਡਾਨੀ ਅੰਬਾਨੀ ਜੋ ਆਪਾਂ ਕਹਿੰਦੇ ਆ, ਇਹ ਉਸ ਤਰ੍ਹਾਂ। ਤੇ ਇਸ ਤਰ੍ਹਾਂ ਹੀ ਉਹਨਾਂ ਜ਼ਮਾਨਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਵੇਲੇ ਭਾਈ ਮੱਖਣ ਸ਼ਾਹ ਲੁਬਾਣਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਧਨਪਤੀ ਸੀ। ਤੇ ਇਹਦਾ ਜਿਹੜਾ ਵਪਾਰ ਚੱਲਦਾ ਸੀ, ਹੁਣ ਤੁਸੀਂ ਅੰਦਾਜ਼ਾ ਲਾਓ, ਇਹਦੇ ਕੋਲ 10,000 ਬੈਲ ਗੱਡੇ ਸਨ। 10,000 ਤੁਸੀਂ ਹੁਣ ਗਿਣਤੀ ਕਰ ਦਿਓ, 10,000 ਗਿਣਤੀ ਪੈਸੇ ਤਾਂ ਇੱਕ ਗੱਡੀ ਵਿੱਚ ਆ ਜਾਣਗੇ, ਲੇਕਿਨ ਉਂਝ 10,000 ਬੈਲ ਗੱਡਾ ਤੁਸੀਂ ਲਾ ਦਿਓ, ਕਿੰਨੀ ਜ਼ਿਆਦੀ ਗਿਣਤੀ ਹੋ ਜਾਂਦੀ ਹੈ। ਤੇ ਉਹਦੇ ਨਾਲ ਬਲਦ ਕਿੰਨੇ ਜੋਤੇ ਜਾਂਦੇ, ਕਿਉਂਕਿ ਅੱਜ ਟਰੱਕਾਂ ਆ ਗਈਆਂ, ਮੋਟਰ ਗੱਡੀਆਂ ਆ ਗਈਆਂ, ਉਹਦੇ ਨਾਲ ਟਰਾਂਸਪੋਰਟੇਸ਼ਨ ਦਾ ਕੰਮ ਹੁੰਦਾ। ਉਹਨਾਂ ਜ਼ਮਾਨਿਆਂ ਦੇ ਵਿੱਚ ਬੈਲ ਗੱਡੇ ਜਿਹੜੇ ਹੁੰਦੇ ਸਨ, ਉਹਨਾਂ ਦੇ ਰਾਹੀਂ ਟਰਾਂਸਪੋਰਟੇਸ਼ਨ ਦਾ ਕੰਮ ਹੁੰਦਾ ਸੀ, ਆਵਕ ਜਾਵਕ ਦਾ ਕੰਮ ਕੀਤਾ ਜਾਂਦਾ। ਤੇ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਇਹਦਾ ਸਿੱਧਾ ਸਰਕਾਰੀ ਦਰਬਾਰੀ ਇਹਦਾ ਵਾਸ ਸੀ, ਤੇ ਇਹ ਰਸਤਾ ਜਿਹੜੀਆਂ ਨਾ ਸਰਕਾਰੀ ਦਰਬਾਰੀ ਪਹੁੰਚਾਇਆ ਕਰਦਾ। ਇਸ ਕਰਕੇ ਇਹਦੇ ਕੋਲ ਸਰਕਾਰ ਨੇ ਇਹ ਬਹੁਤ ਵੱਡਾ ਟੈਕਸ ਵੀ ਭਰਿਆ ਕਰਦਾ ਸੀ।
ਜਿਸ ਤਰ੍ਹਾਂ ਕਿ ਅੱਜ ਜਿਹੜੇ ਵੱਡੇ ਧਨਪਤੀ ਹੁੰਦੇ ਹਨ, ਮਾਇਆਧਾਰੀ ਹੁੰਦੇ, ਤੇ ਉਹ ਜਦੋਂ ਸਰਕਾਰਾਂ ਨੂੰ ਟੈਕਸ ਭਰਦੇ, ਸਰਕਾਰ ਉਹਨਾਂ ਦੀ ਕਿੰਨੀ ਜ਼ਿਆਦਾ ਹਿਫਾਜ਼ਤ ਕਰਦੀ ਹੈ। ਸਰਕਾਰ ਕੋਈ ਵੀ ਬਿਜ਼ਨਸ ਕਰਨਾ ਤੇ ਪ੍ਰਾਥਮਿਕਤਾ ਉਹਨਾਂ ਨੂੰ ਦਿੰਦੀ ਹੈ, ਕਿਉਂਕਿ ਮਾਇਆਧਾਰੀ ਹੈ। ਇਹ ਇੰਨਾ ਜ਼ਿਆਦਾ ਰੈਵਨਿਊ ਭਰਦਾ, ਇੰਨਾ ਜ਼ਿਆਦਾ ਟੈਕਸ ਭਰਦਾ, ਫਿਰ ਸਰਕਾਰ ਉਹਦੀ ਸੁਰੱਖਿਆ ਦਾ ਪ੍ਰਬੰਧ ਕਰਦੀ ਆ, ਉਹਨੂੰ ਫੁੱਲ ਅਥਾਰਟੀ ਦਿੱਤੀ ਜਾਂਦੀ ਹੈ ਕਿ ਭਾਈ ਇਹਦੀ ਸੁਰੱਖਿਆ ਦੇ ਵਿੱਚ ਕੋਈ ਚੂਕ ਨਾ ਹੋਵੇ। ਹੁਣ ਤੁਸੀਂ ਖੁਦ ਵਿਚਾਰ ਕਰਨਾ ਕਰੋ, ਕੋਈ ਮਾੜਾ ਮੋਟਾ ਬੰਦਾ ਨਹੀਂ ਸੀ। ਭਾਈ ਮੱਖਣ ਸ਼ਾਹ ਦੇ ਨਾਲ ਜਦੋਂ ਵੀ ਜਿੱਥੇ ਜਾਂਦਾ ਆਂਦਾ ਨਾ, 500 ਇਹਦੇ ਅੰਗ ਰਕਸ਼ਕ ਹੁੰਦੇ ਸਨ, 500 ਅੰਗ ਰਕਸ਼ਕ, ਬਾਡੀਗਾਰਡ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜਿਸ ਤਰ੍ਹਾਂ ਅੱਜ ਵੀ ਤੁਸੀਂ ਵੇਖੋ, ਕੋਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਦੇ ਨਾਲ ਇੰਨੇ ਜ਼ਿਆਦਾ ਸੁਰੱਖਿਆ ਗਾਰਡ ਹੁੰਦੇ। ਤੋਪ ਰੱਖਣ ਦਾ ਇਹਨੂੰ ਆਰਡਰ ਸੀ, ਆਪਣੇ ਨਾਲ ਤੋਪਾਂ ਵੀ ਰੱਖਦਾ ਸੀ, ਕਿਉਂਕਿ ਵੱਡਾ ਮਾਇਆਧਾਰੀ ਹੈ, ਕੋਈ ਵੀ ਹਮਲਾ ਕਰ ਸਕਦਾ। 500 ਇਹਦੇ ਬਾਡੀਗਾਰਡ ਹੋਇਆ ਕਰਦੇ, ਆਪਣੇ ਨਾਲ ਬਹੁਤ ਵੱਡੀ ਫੌਜ ਵੀ ਰੱਖਦਾ ਸੀ। ਹੁਣ ਇਹਦੇ ਨਾਲ ਤੁਸੀਂ ਅੰਦਾਜ਼ਾ ਲਾਓ ਕਿ ਮੱਖਣ ਸ਼ਾਹ ਕੋਈ ਆਮ ਵਪਾਰੀ ਨਹੀਂ ਸੀ। ਉਸ ਵੇਲੇ ਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਧਨਪਤੀ ਸੀ, ਸਭ ਤੋਂ ਵੱਡਾ ਮਾਇਆਧਾਰੀ ਬੰਦਾ, ਤੇ ਨਾਲ ਇਹ ਗੁਰੂ ਕਾ ਸਿੱਖ ਸੀ। ਇਹ ਸਿੱਖੀ ਦੇ ਨਾਲ ਜੁੜਿਆ ਹੋਇਆ, ਗੁਰੂ ਘਰ ਦੇ ਨਾਲ ਅਟੂਟ ਇਹਦਾ ਸੰਬੰਧ ਸੀ। ਇਹਨੇ ਸਿੱਖੀ ਨੂੰ ਧਾਰਨ ਕਰਨਾ ਕੀਤਾ, ਉਹਦੀ ਕਥਾ ਕਵੀਰਾਜ ਜੀ ਉਚਾਰਨ ਕਰ ਰਹੇ ਹਨ। ਗੁਰਸਿੱਖੀ ਕੋ ਮਹਿਦ ਆਧਾਰਾ, ਇਹਨੇ ਗੁਰਸਿੱਖੀ ਨੂੰ ਧਾਰਨ ਕਰਨਾ ਕੀਤਾ, ਤੇ ਸਿੱਖ ਮਾਰਗ ਦੇ ਉੱਤੇ, ਸਿੱਖੀ ਮਾਰਗ ਦੇ ਉੱਤੇ ਇਹ ਚਲਿਆ ਕਰਦਾ। ਸੌਦਾ ਬਹੁ ਚੜ੍ਹਿਓ ਜਹਾਜ਼, ਇਹਦੇ ਵੱਡੇ ਵੱਡੇ ਜਹਾਜ਼ ਜਿਹੜੇ ਹਨ, ਮਾਲਵਾਹਕ ਜਹਾਜ਼ ਜਿਹੜੇ ਇਹਦੇ ਵਿੱਚ ਸਮੁੰਦਰਾਂ ਦੇ ਵਿੱਚ ਇਹਦੇ ਵੱਡੇ ਵੱਡੇ ਜਹਾਜ਼ ਚਲਿਆ ਕਰਦੇ ਸਨ। ਤੇ ਸਮੁੰਦਰਾਂ ਤੋਂ ਫਿਰ ਚੱਲ ਕਰਕੇ ਉੱਥੋਂ ਕੋਈ ਸਸਤਾ ਸੌਦਾ ਲਿਆ ਕਰਕੇ ਇੱਥੇ ਵੇਚਣਾ, ਇੱਥੋਂ ਜਿਹੜਾ ਸਸਤਾ ਲੈ ਕਰਕੇ ਉੱਥੇ ਮਹਿੰਗੇ ਭਾਅ ਵੇਚ ਦੇਣਾ, ਇਹ ਇਹਦਾ ਕੰਮ ਸੀ। ਅਨੇਕ ਵਸਤੂ ਲੈ ਬਣ ਜਨ ਕਾਜ, ਇਹ ਕਈ ਤਰ੍ਹਾਂ ਦੀਆਂ ਵਸਤੂਆਂ ਜਿਹੜੀਆਂ ਉਹਦਾ ਵਣਜ ਵਪਾਰ ਕਰਿਆ ਕਰਦਾ। ਦੇਸ਼ਾਂਤਰ ਮਹਿ ਵੇਚਿਓ ਜਾਏ, ਇਹ ਸਿਰਫ ਇਹਦਾ ਵਪਾਰ ਇੱਕ ਦੇਸ਼ ਦੇ ਵਿੱਚ ਨਹੀਂ ਸੀ। ਜਿਸ ਤਰ੍ਹਾਂ ਅੱਜ ਵੀ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ, ਵਰਲਡ ਵਾਈਡ ਹੁੰਦੀਆਂ, ਉਹਨਾਂ ਦਾ ਕਾਰੋਬਾਰ ਸਿਰਫ ਇੱਕ ਦੇਸ਼ ਤੱਕ ਸੀਮਤ ਨਹੀਂ ਹੁੰਦਾ, ਉਹਨਾਂ ਦਾ ਕਾਰੋਬਾਰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਫੈਲਿਆ ਹੋਇਆ ਹੁੰਦਾ ਹੈ। ਹੁਣ ਗੁਰਮੁਖਾ ਤੁਸੀਂ ਇਹਦੇ ਨਾਲ ਅੰਦਾਜ਼ਾ ਲਾ ਸਕਦੇ ਹੋ, ਮੱਖਣ ਸ਼ਾਹ ਦੇ ਜਹਾਜ਼ ਸਿਰਫ ਹਿੰਦੁਸਤਾਨ ਦੇ ਵਿੱਚ ਨਹੀਂ ਚੱਲਦੇ, ਦੂਜੇ ਦੇਸ਼ਾਂ ਦੇ ਵਿੱਚ, ਅਮਰੀਕਾ ਆਦਿਕ, ਜੋ ਜਿੱਥੋਂ ਤੱਕ ਸਮੁੰਦਰੀ ਰਸਤਾ ਜਾਂਦਾ ਉੱਥੋਂ ਤੱਕ ਇਹਦਾ ਸਿੱਧਾ ਵਪਾਰ ਹੁੰਦਾ। ਕਈ ਦੇਸ਼ਾਂ ਦੇ ਵਿੱਚ ਇਹਦਾ ਕਾਰੋਬਾਰ ਫੈਲਿਆ ਹੋਇਆ ਹੈ। ਵਸਤ ਖਰੀਦ ਕਰਾਏ, ਇਹ ਕੀ ਕਰਦਾ, ਉਹਨਾਂ ਇਲਾਕਿਆਂ ਦੇ ਵਿੱਚ ਜਾ ਕਰਕੇ ਵਸਤੂਆਂ ਨੂੰ ਖਰੀਦ ਕਰਕੇ ਜਹਾਜ਼ ਪਰ ਹਟਿਓ ਬਹੋਰ, ਉੱਥੋਂ ਫਿਰ ਸਸਤੀ ਵਸਤੂ ਖਰੀਦ ਕਰਕੇ ਜਹਾਜ਼ਾਂ ਦੇ ਉੱਤੇ ਸਮੁੰਦਰ ਜਹਾਂ ਜਲ ਘੋਰ, ਫਿਰ ਸਮੁੰਦਰ ਦੇ ਰਾਹੀਂ ਇਹ ਜਿਹੜਾ ਹੈ ਆਪਣਾ ਮਾਲਵਾਹਕ ਜਹਾਜ਼ ਜਿਹੜੇ ਹਨ ਉਹਦੇ ਰਾਹੀਂ ਸਮਾਨ ਦਾ ਆਦਾਨ ਪ੍ਰਦਾਨ ਕਰਿਆ ਕਰਦਾ। ਤਰੰਗ ਬਿਲੰਦ ਉਛਾਲਾ, ਇੱਕ ਦਿਨ ਕੀ ਹੋਇਆ, ਇਹਦੇ ਜਹਾਜ਼ਾਂ ਦੇ ਬੇੜੇ ਜਿਹੜੇ ਹਨ, ਇੱਕ ਜਹਾਜ਼ ਨਹੀਂ, ਸੈਂਕੜੇ ਜਹਾਜ਼, ਵੱਡੇ ਵੱਡੇ ਜਹਾਜ਼ ਅੱਜ ਵੀ ਗੁਰਮੁਖੋ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮਾਲਵਾਹਕ ਜਹਾਜ਼ ਹੁੰਦੇ ਹਨ, ਕਈ ਜਹਾਜ਼ ਜਿਹੜੇ ਅੱਧੇ ਕਿਲੋਮੀਟਰ ਤੱਕ ਇੰਨੇ ਜ਼ਿਆਦਾ ਲੰਬੇ ਹੁੰਦੇ, ਉਹਦੇ ਵਿੱਚ ਕਈ ਹਜ਼ਾਰ ਵੱਡੇ ਵੱਡੇ ਕੰਟੇਨਰ ਜਿਹੜੇ ਹਨ, ਕੰਟੇਨਰ ਤੁਸੀਂ ਵੇਖ ਸਕਦੇ ਹੋ, ਇੱਕ ਕੰਟੇਨਰ ਦਾ ਇੱਕ ਕਮਰਾ ਹੀ ਬਣ ਜਾਂਦਾ, ਇੰਨਾ ਵੱਡਾ ਕੰਟੇਨਰ ਹੁੰਦਾ। ਕਈ ਹਜ਼ਾਰ ਕੰਟੇਨਰ ਉਹਦੇ ਵਿੱਚ ਲੱਦ ਕਰਕੇ ਜਹਾਜ਼ ਜਿਹੜੇ ਮਾਲਵਾਹਕ ਜਹਾਜ਼ ਉਹ ਵਪਾਰ ਕਰਦੇ ਹਨ, ਸਮਾਨ ਇੱਥੋਂ ਦਾ ਉੱਥੇ ਪਹੁੰਚਾਉਂਦੇ। ਇੰਨੇ ਵੱਡੇ ਵੱਡੇ ਜਹਾਜ਼ ਜਿਹੜੇ ਹਨ, ਉਹਨਾਂ ਜਹਾਜ਼ਾਂ ਦੇ ਰਾਹੀਂ ਇਹ ਮਾਲ ਜਿਹੜਾ ਲੈ ਕਰਕੇ ਆ ਰਿਹਾ ਸੀ। ਜੀਵ ਕਰੋ ਰਨ ਜੁਤ ਬਰਨਾਲਾ, ਤੇ ਨਾਲ ਬਹੁਤ ਸਾਰੇ ਜੀਵ ਜਿਹੜੇ ਹਨ, ਮਨੁੱਖ ਇਹਦੇ ਨਾਲ ਸਨ। ਵੇਗ ਪ੍ਰਭੰਜਨ ਕੋ ਬਹੁ ਪਾਏ, ਉਹਨੇ ਕੀ ਕਰਨਾ ਕੀਤਾ, ਜਹਾਜ਼ ਜਦੋਂ ਤੇ ਇਹਦਾ ਸਮੁੰਦਰ ਦੇ ਵਿੱਚ ਚੱਲ ਰਿਹਾ ਸੀ ਤੇ ਉੱਥੇ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ।
ਬਹੁਤ ਹਵਾ ਵਗ ਰਹੀ ਸੀ। ਇਹਦੇ ਨਾਲ ਜਹਾਜ਼ ਜਿਹੜਾ ਬੜੀ ਕਾੜੀ ਰਫ਼ਤਾਰ ਦੇ ਨਾਲ ਹਵਾ ਦੇ ਵੇਗ ਦੇ ਨਾਲ ਚੱਲ ਰਿਹਾ ਹੈ। ਚਲਿਓ ਜਹਾਜ਼ ਉਡਿਓ ਜਨ ਪਾ ਜਾਏ। ਇਸ ਤਰ੍ਹਾਂ ਬਹੁਤ ਜਦੋਂ ਹਵਾ ਦੇ ਥਪੇੜੇ ਵੱਜ ਰਹੇ ਸਨ, ਇਹ ਮਾਲ ਵਹਾਗ ਜਹਾਜ਼ ਇਹਦਾ ਬੈਲੈਂਸ ਜਿਹੜਾ ਹੈ ਇਹ ਆਊਟ ਹੋ ਰਿਹਾ ਸੀ, ਭਾਵ ਕਿ ਜਹਾਜ਼ ਉਹ ਡੱਕੋ ਡੋਲੇ ਖਾ ਰਿਹਾ ਸੀ ਸਮੁੰਦਰ ਦੇ ਵਿੱਚ। ਗਮਨਿਓ ਮਾਰਗ ਚੇਤਕ ਸੋਏ। ਇਸ ਤਰ੍ਹਾਂ ਫਿਰ ਵੀ ਇਹ ਕਰਦਿਆਂ ਕਰਦਿਆਂ ਮਾਲ ਵਾਹਕ ਜਹਾਜ਼ ਲੈ ਕਰਕੇ ਇਹਦੇ ਮਲਾਹ ਨੇ ਬੜੇ ਯਤਨ ਕਰਕੇ ਫਿਰ ਵੀ ਉਹਨਾਂ ਨੇ ਜਹਾਜ਼ ਦਾ ਬਚਾਅ ਕਰਨਾ ਕੀਤਾ। ਪ੍ਰੇਰਕ ਪੋਤ ਪ੍ਰੇਰਤੇ ਜੋਏ। ਜਿਹੜੇ ਮਾਲ ਇਹ ਜਹਾਜ਼ਾਂ ਨੂੰ ਚਲਾਉਣ ਵਾਲੇ ਮਲਾਹ ਹੁੰਦੇ ਹਨ, ਉਹਨਾਂ ਨੇ ਫਿਰ ਵੀ ਸੂਝ-ਬੂਝਤਾ ਦੇ ਨਾਲ ਬੜਾ ਯਤਨ ਕੀਤਾ ਕਿ ਜਹਾਜ਼ ਨੂੰ ਕੋਈ ਨੁਕਸਾਨ ਨਾ ਹੋ ਜਾਵੇ। ਇਤਨੇ ਮਹਿ ਚਲ ਪਾਉਨ ਕੁਫੇਰੀ। ਇੱਥੋਂ ਤੱਕ ਤਾਂ ਠੀਕ ਸੀ ਤੇ ਸਮੁੰਦਰ ਦੇ ਵਿੱਚ ਬਵੰਡਰ ਆ ਗਿਆ, ਜਿਹਨੂੰ ਆਪਾਂ ਤੂਫਾਨ ਬੋਲਦੇ ਹਨ, ਤੇ ਉੱਥੇ ਜ਼ਲਜ਼ਲਾ ਬਹੁਤ ਵੱਡਾ ਸਮੁੰਦਰ ਦੇ ਵਿੱਚ, ਜਿਹਨੂੰ ਆਪਾਂ ਸੁਨਾਮੀ ਆਦਿਕ ਵੀ ਕਹਿ ਸਕਦੇ ਹਾਂ। ਇਹ ਬਹੁਤ ਵੱਡੀ ਸੁਨਾਮੀ ਆ ਗਈ, ਉਹਦੇ ਵਿੱਚ ਇਹਦੇ ਜਹਾਜ਼ ਜਿਹੜੇ ਫਸ ਗਏ। ਵਿਪਰੈ ਗਤ ਜਹਾਜ਼ ਕੀ ਪ੍ਰੇਰੀ। ਇਹਨਾਂ ਦੀ ਜਹਾਜ਼ ਦੀ ਗਤੀ ਜਿਹੜੀ ਹੈ ਉਹ ਦਿਸ਼ਾ ਭਰਮਿਤ ਹੋ ਗਏ। ਜਿਹੜੇ ਪਾਸੇ ਜਾਣਾ ਹਵਾ ਨੇ ਉਸ ਪਾਸਿਓਂ ਮੋੜ ਕਰਕੇ ਦੂਜੇ ਪਾਸੇ ਜਹਾਜ਼ਾਂ ਨੂੰ ਲੈ ਕੇ ਜਾਣਾ ਕੀਤਾ। ਟਾਪੂ ਨਿਕਟ ਹੁਤੋ ਬੜ ਬਾਰੂ। ਉੱਥੇ ਸਾਧ ਸੰਗਤ ਜੀ ਲਾਗੇ ਜਿਹੜਾ ਨਾ ਬਹੁਤ ਵੱਡਾ ਰੇਤਲਾ ਟਾਪੂ ਸੀ। ਮੈਂ ਮਨੁੱਖ ਜਹ ਪਿਖਿਆ ਉਜਾਰੂ। ਉਸ ਟਾਪੂ ਦੇ ਵਿੱਚ ਰੇਤਾ ਹੀ ਰੇਤਾ ਸੀ ਤੇ ਉੱਥੇ ਕੋਈ ਮਨੁੱਖ ਦੀ ਜਾਤੀ ਵੀ ਨਹੀਂ ਹੈ। ਬਸ ਜਹਾਜ਼ ਪ੍ਰੇਰਕਨ ਪਾਇਓ। ਤੇ ਇੰਨਾ ਜਦੋਂ ਤੂਫਾਨ ਆ ਗਿਆ, ਸੁਨਾਮੀ ਆ ਗਈ, ਜਹਾਜ਼ ਨੂੰ ਚਲਾਉਣ ਵਾਲੇ ਮਲਾਹ ਜਿਹੜੇ ਹਨ ਉਹ ਪ੍ਰਕਿਰਤੀ ਦੀ ਮਾਰ ਦੇ ਅੱਗੇ ਬੇਬਸ ਹੋ ਗਏ। ਵਿਚਾਰਿਆਂ ਨੇ ਯਤਨ ਬੜਾ ਕੀਤਾ ਕਿ ਭਾਈ ਇਸ ਭਵਰ ਦੇ ਵਿੱਚੋਂ ਆਪਾਂ ਜਹਾਜ਼ਾਂ ਨੂੰ ਕੱਢ ਲਈਏ, ਲੇਕਿਨ ਉਹ ਕੱਢ ਨਹੀਂ ਸਕੇ ਤੇ ਇਹਨਾਂ ਦਾ ਜਹਾਜ਼ ਚੜ ਕਰਕੇ ਜੋ ਹੈ ਉਹ ਬਰੇਤੇ ਦੇ ਉੱਤੇ ਚੜ ਗਿਆ। ਬਾਲਕ ਰਹੇ ਸਤੰਭ ਨਾ ਗਇਓ। ਉਹਨਾਂ ਨੇ ਫਿਰ ਲੰਗਰ ਜਿਹੜੇ ਹਨ ਜਿਹਦੇ ਵਿੱਚ ਸਾਂਗਲੀਆਂ ਹੁੰਦੀਆਂ, ਜੇ ਜਹਾਜ਼ ਨੂੰ ਟਿਕਾਉਣਾ ਹੋਵੇ, ਰੋਕਣਾ ਹੋਵੇ, ਉਹਨੂੰ ਵੀ ਸਾਧ ਸੰਗਤ ਜੀ ਲੰਗਰ ਬੋਲਦੇ ਹਨ, ਤੇ ਉਹ ਵੀ ਪਾਉਣੇ ਕੀਤੇ। ਬੜੇ ਯਤਨ ਕੀਤੇ ਕਿ ਜਹਾਜ਼ ਨੂੰ ਆਪਾਂ ਰੋਕ ਲਈਏ, ਲੇਕਿਨ ਜਹਾਜ਼ ਇਹਨਾਂ ਦਾ ਨਹੀਂ ਰੁਕਿਆ। ਜਹਾਜ਼ ਨਹੀਂ ਰੁਕ ਕਰਕੇ ਕਿਸ ਤਰ੍ਹਾਂ ਬਰੇਤੇ ਦੇ ਉੱਤੇ ਚੜ ਜਾਂਦੇ ਹਨ। ਫਿਰ ਕਿਸ ਤਰ੍ਹਾਂ ਭਾਈ ਮੱਖਣ ਸ਼ਾਹ ਲੁਬਾਣਾ ਯਤਨ ਕਰਦਾ, ਹਾਰ ਕਰਕੇ ਬੇਨਤੀ ਕਰਦਾ। ਫਿਰ ਸਤਿਗੁਰੂ ਮਹਾਰਾਜ ਕਿਸ ਤਰ੍ਹਾਂ ਇਹਦੇ ਅੰਗ ਸੰਗ ਸਹਾਈ ਹੁੰਦੇ, ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਆਪਾਂ ਨੇ ਸਰਵਣ ਕਰਨਾ। ਇੰਨੀਆਂ ਕੋ ਸਾਧ ਸੰਗਤ ਜੀ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀਆਂ ਕਿ ਤੁਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਹੈ ਅਪਰੰਪਰ ਹਰ ਹਰੇ। ਹੈ ਪੀ ਹੋਵਨ ਹਾਰ, ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਰਾਖੋ ਹੀ ਕਰੋ। ਆਈ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੂਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ
ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ 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 ਗੋਬਿੰਦ ਸਿੰਘ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜਿਉ ਮਾਫੀ ਬਖਸ਼ਣੀ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।